Hello, dear aspirants. I welcome you all in this beautiful platform of Burma Academy. So, as you all know, ਆਪਣੇ ਇਸ ਪਲੇਟਫਾਰਮ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਹੈ ਜਿਹੜਾ ਤੁਹਾਡੇ ਲਈ ਕਲਾਸਾਂ ਹੈ ਜਿਹੜੀਆਂ ਪ੍ਰੋਵਾਈਡ ਕਰਵਾਈ ਜਾ ਰਹੀਆਂ ਸੋ ਦੈਟ ਤੁਸੀਂ ਜਸਟ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਵਿਦਆਊਟ ਪੇਇੰਗ ਐਨੀ ਫੀਸ ਤੁਸੀਂ ਇਹ ਜਿਹੜੀ ਉਹਦੀ ਤਿਆਰੀ ਕਰ ਸਕੋ ਤੁਹਾਡੇ ਲਈ ਹੈ ਜਿਹੜਾ ਹਰ ਇੱਕ ਕਲਾਸ ਦੇ ਵਿੱਚ ਨਵੇਂ ਟੌਪਿਕ ਕਰਵਾਏ ਜਾਂਦੇ ਆ ਤੁਹਾਨੂੰ ਸੈਸ਼ਨ ਹੈ ਜਿਹੜੇ ਵਧੀਆ ਤਰੀਕੇ ਨਾਲ ਕੰਡਕਟ ਕਰਵਾਏ ਜਾਂਦੇ ਆ ਤਾਂ ਕਿ ਤੁਹਾਡਾ ਜਿਹੜਾ ਲੈਵਲ ਹੈ ਜੋ ਵੀ ਪੇਪਰ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਆ ਉਹ ਤੁਹਾਡੇ ਈਜ਼ੀਲੀ ਹੈ ਜਿਹੜੇ ਤੁਸੀਂ ਅਟੈਂਪਟ ਕਰ ਸਕੋ ਤੇ ਆਪਣੇ ਸਕੋਰ ਹੈ ਜਿਹੜੇ ਉਹ ਪੱਕੇ ਕਰ ਸਕੋ ਹਾਂਜੀ ਤੇ ਜਿਹੜਾ ਆਪਾਂ ਜਿਹੜਾ ਹੈਗਾ ਟੌਪਿਕ ਸਟਾਰਟ ਕੀਤਾ ਸੀ ਇੰਗਲਿਸ਼ ਵੋਕੈਬ ਦੀ ਤੁਹਾਡੀ ਇੱਕ ਸੀਰੀਜ਼ ਆਪਾਂ ਜਿਹੜੀ ਸਟਾਰਟ ਕੀਤੀ ਹੈ ਜਿਹਦੇ ਵਿੱਚ ਤੁਸੀਂ 31 ਫਸਟ ਕਲਾਸਿਸ ਨੇ ਜਿਹੜੀਆਂ ਉਹ ਦੇਖ ਚੁੱਕੇ ਹੋ 31 ਕਲਾਸਿਸ ਤੁਹਾਡੀਆਂ ਹੋ ਚੁੱਕੀਆਂ ਨੇ ਅੱਜ ਤੁਹਾਡੀ 32nd ਕਲਾਸ ਹੈ 32 ਕਲਾਸ ਜਿਹੜੀ ਆਪਾਂ ਅੱਜ ਡਿਸਕਸ ਕਰਾਂਗੇ ਨਿਮੋਨਿਕਸ ਦੇ ਨਾਲ ਟ੍ਰਿਕਸ ਦੇ ਨਾਲ ਤੁਹਾਨੂੰ ਵੋਕੈਬ ਕਰਵਾਵਾਂਗੇ ਜਿੰਨੀਆਂ ਵੀ ਕਲਾਸਿਸ ਪਿੱਛੇ ਹੋਈਆਂ ਜੇ ਜੋ ਵੀ ਸਟੂਡੈਂਟਸ ਨੇ ਪਿੱਛੇ ਵਾਲੀਆਂ ਕਲਾਸਿਸ ਅਟੈਂਡ ਕੀਤੀਆਂ ਤਾਂ ਉਹਨਾਂ ਨੂੰ ਪਤਾ ਹੈ ਕਿ ਆਪਣਾ ਵੋਕੈਬ ਦਾ ਇੱਕ ਜਿਹੜਾ ਵਾ ਪੋਰਸ਼ਨ ਕਾਫੀ ਲੰਬਾ ਪੋਰਸ਼ਨ ਹੈ ਜਿਹੜਾ ਆਪਾਂ ਡਿਸਕਸ ਕਰ ਰਹੇ ਹਾਂ ਕਾਫੀ ਲੰਬੇ ਸਮੇਂ ਤੋਂ ਤੁਹਾਡੀਆਂ ਇਹ ਕਲਾਸਿਸ ਹੋ ਰਹੀਆਂ ਤੇ ਤੁਹਾਨੂੰ ਜਿੰਨਾ ਵੀ ਪੋਰਸ਼ਨ ਆਪਾਂ ਕਰਵਾਇਆ ਮੋਸਟ ਰਿਪੀਟਡ ਮੋਸਟ ਜਿਹੜਾ ਆਪਾਂ ਕਹ ਲਓ ਐਕਸਪੈਕਟਡ ਕੁਐਸਚਨ ਨੇ ਤੁਹਾਡੇ ਜਿਹੜੇ ਪੇਪਰ ਦੇ ਵਿੱਚ ਬਣ ਸਕਦੇ ਆ ਉਹਨਾਂ ਨਾਲ ਰਿਲੇਟਡ ਵਰਡ ਹੀ ਜਿਹੜੇ ਤੁਹਾਨੂੰ ਕਰਵਾਏ ਜਾ ਰਹੇ ਆ ਸੋ ਟਰਾਈ ਕਰਿਆ ਕਰੋ ਜੋ ਵੀ ਵਰਡ ਤੁਹਾਨੂੰ ਕਲਾਸ ਦੇ ਵਿੱਚ ਕਰਵਾਏ ਜਾਂਦੇ ਆ ਕਲਾਸ ਦੇ ਵਿੱਚ ਹੀ ਲਰਨ ਕਰ ਲਓ ਬਾਕੀ ਜੇ ਤੁਹਾਡੇ ਕੋਲ ਟਾਈਮ ਹੁੰਦਾ ਤਾਂ 5-10 ਮਿੰਟ ਜਿਹੜਾ ਕਲਾਸ ਨਵੀਂ ਕਲਾਸ ਜਿਹੜੀ ਅਟੈਂਡ ਕਰਨ ਤੋਂ ਪਹਿਲਾਂ ਤੁਸੀਂ ਪਿਛਲੀ ਕਲਾਸ ਨੂੰ ਜ਼ਰੂਰ ਰਿਵਾਈਜ਼ ਕਰਨਾ ਹੈ ਬੇਸਿਕਲੀ ਦੇਖਿਆ ਜਾਵੇ ਤਾਂ ਵੋਕੈਬ ਪੋਰਸ਼ਨ ਤੁਹਾਡਾ ਐਵੇਂ ਹੈ ਜਿਵੇਂ ਜਿੰਨਾ ਤੁਸੀਂ ਰਿਵਾਈਜ਼ ਕਰੋਗੇ ਉਸੇ ਤਰੀਕੇ ਨਾਲ ਤੁਹਾਡਾ ਜਿਹੜਾ ਹੈਗਾ ਕਿ ਇਸ ਚੀਜ਼ ਦੇ ਉੱਤੇ ਪਕੜ ਹੋਏਗੀ ਵੋਕੈਬ ਤੁਹਾਡੀ ਲਰਨ ਹੋਏਗੀ ਬਾਕੀ ਤੁਸੀਂ ਪੇਪਰ ਦੇ ਵਿੱਚ ਐਜ਼ ਇਟ ਇਜ਼ ਕੁਐਸਚਨ ਹੈ ਜਿਹੜੇ ਦੇਖੋਗੇ ਹਾਂਜੀ ਤਾਂ ਆਪਣੀ ਜਿਹੜੀ ਕਲਾਸ ਆਪਾਂ ਕਰਾਂਗੇ ਸਟਾਰਟ ਸਭ ਤੋਂ ਪਹਿਲਾਂ ਜੋ ਵੀ ਸਟੂਡੈਂਟ ਚੈਨਲ ਦੇ ਉੱਤੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੈ ਸੈਕਿੰਡ ਆਪਣਾ ਬੈਲ ਆਈਕਨ ਹੋ ਗਿਆ ਤੁਹਾਨੂੰ ਜਿਹੜਾ ਉਹ ਪ੍ਰੈਸ ਕਰਨ ਦੇ ਲਈ ਹੋਏਗਾ ਤਾਂ ਤੁਸੀਂ ਜਿਹੜਾ ਉਹਨੂੰ ਪ੍ਰੈਸ ਕਰ ਲੈਣਾ ਤਾਂ ਕਿ ਤੁਹਾਨੂੰ ਨਵੀਂ ਕਲਾਸ ਦਾ ਜਿਹੜਾ ਲਿੰਕ ਹੈ ਜਾਂ ਫਿਰ ਆਪਾਂ ਕਹਿ ਲਓ ਨੋਟੀਫਿਕੇਸ਼ਨ ਹੈ ਉਹ ਟਾਈਮ ਤੇ ਮਿਲ ਜਾਏ ਤੇ ਤੁਸੀਂ ਕਲਾਸ ਅਟੈਂਡ ਕਰ ਸਕੋ ਤਾਂ ਟੈਲੀਗ੍ਰਾਮ ਗਰੁੱਪ ਹੈ ਜਿਹੜਾ ਤੁਹਾਨੂੰ ਥੋੜਾ ਜਿਹਾ ਇਹਦੇ ਬਾਰੇ ਵੀ ਦੱਸ ਦਿੱਤਾ ਜਾਵੇ ਤਾਂ ਹਰ ਇੱਕ ਸਟੂਡੈਂਟ ਜੋ ਵੀ ਪਹਿਲਾਂ ਪੁਰਾਣੇ ਸਟੂਡੈਂਟਸ ਨੂੰ ਤਾਂ ਪਤਾ ਹੀ ਹੈ ਕਿ ਟੈਲੀਗ੍ਰਾਮ ਗਰੁੱਪ ਹੈ ਤੁਹਾਡਾ ਜਿਹਨੂੰ ਤੁਸੀਂ ਜੁਆਇਨ ਕਰ ਗਿਆ ਹੋਣਾ ਜੋ ਵੀ ਚੈਨਲ ਦੇ ਤੇ ਨਿਊ ਸਟੂਡੈਂਟਸ ਨੇ ਤਾਂ ਆਪਣਾ ਜਿਹੜਾ ਚੈਨਲ ਦੇ ਇੱਕ ਟੈਲੀਗ੍ਰਾਮ ਗਰੁੱਪ ਹੈ ਜਿਹਦਾ ਲਿੰਕ ਤੁਹਾਨੂੰ ਕਲਾਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਤੁਸੀਂ ਉੱਥੋਂ ਜਿਹੜਾ ਜੁਆਇਨ ਕਰ ਸਕਦੇ ਹੋ ਤੁਹਾਨੂੰ ਇੱਥੇ ਜਿਹੜੀ ਹੈਗੀ ਹਰ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈ ਫਿਰ ਚਾਹੇ ਉਹ ਤੁਹਾਡੇ ਕਿਸੇ ਐਗਜ਼ਾਮ ਨਾਲ ਰਿਲੇਟਡ ਹੋਵੇ ਜਾਂ ਫਿਰ ਆਪਣਾ ਕਹਿ ਲਓ ਕਲਾਸ ਨਾਲ ਰਿਲੇਟਡ ਹੋਵੇ ਸੈਕਿੰਡ ਹੈ ਜੀ ਆਪਣੇ ਕੋਲੇ YouTube ਦੇ ਉੱਤੇ ਹੋਣ ਵਾਲੇ ਹਰ ਇੱਕ ਸੈਸ਼ਨ ਦੇ ਕਲਾਸ ਜਿਹੜੇ ਤੁਹਾਨੂੰ ਟੈਲੀਗ੍ਰਾਮ ਗਰੁੱਪ ਤੇ ਸ਼ੇਅਰ ਕੀਤੇ ਜਾਂਦੇ ਆ ਸੋ ਦੈਟ ਤੁਸੀਂ ਜਿਹੜਾ ਉਹਨਾਂ ਦਾ ਉਹਨਾਂ ਨੂੰ ਰਿਵਾਈਜ਼ ਕਰ ਸਕੋ ਕਨਸੈਪਟ ਵਧੀਆ ਤਰੀਕੇ ਨਾਲ ਲਰਨ ਕਰ ਸਕੋ ਸੈਕਿੰਡ ਜਿਹੜਾ ਤੁਹਾਡੇ ਕੋਲ ਜੋ ਵੀ ਤੁਹਾਨੂੰ ਸੈਸ਼ਨ ਦੇ ਵਿੱਚ ਕਲਾਸ ਨੋਟਸ ਪ੍ਰੋਵਾਈਡ ਜਾਂਦੇ ਆ ਉਹਨਾਂ ਦੀ ਐਨੋਟੇਸ਼ਨ ਫਾਈਲ ਹੈ ਜਿਹੜੀ ਤੁਹਾਨੂੰ ਪ੍ਰੋਵਾਈਡ ਕਰਾਈ ਜਾਂਦੀ ਹੈ ਤੁਸੀਂ ਉਹਦਾ ਪ੍ਰਿੰਟ ਆਊਟ ਵੀ ਹੈ ਜਿਹੜਾ ਲੈ ਸਕਦੇ ਹੋ ਥਰਡ ਹੈ ਜੀ ਆਪਣੇ ਕੋਲੇ ਸਟੂਡੈਂਟਸ ਜਿਹੜੇ ਕਿ ਤਿਆਰੀ ਕਰ ਰਹੇ ਆ ਉਹਨਾਂ ਵਾਸਤੇ ਕੋਰਸ ਦੇ ਕੁਇਜ਼ ਨੂੰ ਪਾਰਟਿਸਿਪੇਟ ਕਰਨਾ ਹੁਣ ਹਰ ਇੱਕ ਸਟੂਡੈਂਟ ਜੋ ਵੀ ਤਿਆਰੀ ਕਰਦਾ ਉਹਦੇ ਵਾਸਤੇ ਕਹ ਲਓ ਪ੍ਰੀਵੀਅਸ ਕੁਐਸਚਨ ਲਗਾਉਣੇ ਜ਼ਰੂਰੀ ਹੋ ਜਾਂਦੇ ਆ ਬਿਕੋਜ਼ ਫੇਰ ਹੀ ਪਤਾ ਲੱਗਦਾ ਤੁਹਾਨੂੰ ਕੁਐਸਚਨ ਕਿਸ ਤਰੀਕੇ ਦੇ ਪੁੱਛੇ ਜਾ ਰਹੇ ਆ ਇਸੇ ਦੇ ਲਈ ਜਿਹੜਾ ਤੁਹਾਡੇ ਲਈ ਇੱਕ ਇਨੀਸ਼ੀਏਟਿਵ ਕੀਤਾ ਗਿਆ ਤੁਹਾਨੂੰ ਇਹ ਜਿਹੜੇ ਕੁਝ ਤੇ ਕੋਰਸ ਜਿਹੜੇ ਤਿਆਰ ਕਰਵਾਏ ਜਾਂਦੇ ਆ ਜਿਹਦੇ ਵਿੱਚ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਿਹੜੇ ਤੁਹਾਨੂੰ ਸ਼ੇਅਰ ਕੀਤਾ ਜਾਂਦਾ ਤਾਂ ਇਹ ਹੈ ਜਿਹੜਾ ਤੁਸੀਂ ਪਾਰਟਿਸਿਪੇਟ ਕਰ ਸਕਦੇ ਹੋ ਉਹਨਾਂ ਦੀ ਵੱਧ ਤੋਂ ਵੱਧ ਬੈਨੀਫਿਟ ਹੈ ਜਿਹੜਾ ਤੁਸੀਂ ਲੈ ਸਕਦੇ ਹੋ ਸੋ ਜੋ ਵੀ ਸਟੂਡੈਂਟ ਟੈਲੀਗ੍ਰਾਮ ਗਰੁੱਪ ਨਾਲ ਹਜੇ ਤੱਕ ਨਹੀਂ ਜੁੜੇ ਤਾਂ ਉਹ ਜਿਹੜਾ ਆਪਣਾ ਇੱਥੋਂ ਜੁਆਇਨ ਕਰ ਲਓ ਤਾਂ ਲਿੰਕ ਹੈ ਉਹਦਾ ਤੁਹਾਨੂੰ ਕਲਾਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਹਾਂਜੀ ਤਾਂ ਹੁਣ ਆਪਾਂ ਦੇਖਾਂਗੇ ਆਪਣੀ ਅੱਜ ਦੀ ਕਲਾਸ 32 ਕਲਾਸ ਹੈ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਵੋਕੈਬ ਹੈ ਜਿਹੜੀ ਆਪਾਂ ਇੱਥੇ ਲਰਨ ਕਰਾਂਗੇ ਸਭ ਤੋਂ ਪਹਿਲਾ ਟੌਪਿਕ ਆਪਣਾ ਵਨ ਵਰਡ ਸਬਸਟੀਟਿਊਸ਼ਨ ਦੇਖੋ ਜੀ ਤਾਂ ਫਰਸਟ ਫਰੇਜ਼ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਗਈ ਹੈ ਬਹੁਤ ਈਜ਼ੀ ਨੇ ਵਰਡਸ ਬਸ ਸਿੰਪਲ ਤੁਸੀਂ ਇੱਕ ਵਾਰ ਦੇਖੋਗੇ ਲਰਨ ਕਰੋਗੇ ਤੇ ਸੈਕਿੰਡ ਟਾਈਮ ਜਦੋਂ ਤੁਸੀਂ ਦੇਖੋਗੇ ਤਾਂ ਤੁਹਾਡੇ ਉਹ ਵੀ ਸੇਮ ਚੀਜ਼ ਉਹਨਾਂ ਨੂੰ ਰਿਵਾਈਜ਼ ਕਰੋਗੇ ਤਾਂ ਤੁਹਾਡੇ ਈਜ਼ੀਲੀ ਇਹ ਲਰਨ ਹੋ ਜਾਣਗੇ ਫਰਸਟ ਫਰੇਜ਼ ਹੈ ਜੀ ਆਪਣੀ ਦ ਲਾਇਨਸ ਹੋਮ ਤਾਂ ਹੁਣ ਉਹੀ ਸੇਮ ਚੀਜ਼ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ ਨਾ ਤਾਂ ਆਪਾਂ ਜਿਵੇਂ ਬਰਫ਼ ਦੇ ਬਣੇ ਘਰਾਂ ਨੂੰ ਇਗਲੂ ਕਹਿ ਦਿੰਦੇ ਆ ਨਾ ਬਰਫ਼ ਦੇ ਬਣੇ ਘਰ ਆ ਜਿਹੜੇ ਉਹਨਾਂ ਨੂੰ ਆਪਾਂ ਇਗਲੂ ਕਹਿ ਦਿੰਦੇ ਆ ਸੇਮ ਹੀ ਤੁਹਾਡੇ ਕੋਲ ਲਾਇਨ ਦੇ ਘਰ ਨੂੰ ਕੀ ਕਿਹਾ ਜਾਂਦਾ ਤਾਂ ਲਾਇਨਸ ਦਾ ਘਰ ਜਿਹੜਾ ਹੁੰਦਾ ਉਹਨੂੰ ਕਿਹਾ ਜਾਂਦਾ ਜੀ ਡੈਨ ਡੈਨ ਕੀ ਹੁੰਦੀ ਹੈ ਤੁਹਾਡੇ ਕੋਲ ਗੁਫਾ ਵਾਸਤੇ ਆਪਾਂ ਵਰਡ ਯੂਜ਼ ਕਰਦੇ ਹਾਂ ਨਾ ਤੇ ਦੈਨ ਗੁਫਾ ਡੈਨ ਮੀਨਿੰਗ ਹੁੰਦਾ ਤੁਹਾਡੇ ਕੋਲੇ ਗੁਫਾ ਵਾਸਤੇ ਜਿਹੜਾ ਇਹ ਯੂਜ਼ ਕੀਤਾ ਜਾਂਦਾ ਹੈ ਨੈਕਸਟ ਹੈ ਜੀ ਪੋਰਟਰੇ ਇਨ ਵਰਡਸ ਤਾਂ ਕਿਸੇ ਚੀਜ਼ ਨੂੰ ਵਰਡਸ ਦੇ ਵਿੱਚ ਪੋਰਟਰੇ ਕਰਨਾ ਡਿਪਿਕਟ ਕਰਨਾ ਮੈਂ ਤੁਹਾਡੇ ਵਾਸਤੇ ਕਾਫੀ ਵਾਰ ਇਹ ਵਰਡ ਯੂਜ਼ ਕਰਦੀ ਹਾਂ ਕਿ ਤੁਹਾਨੂੰ ਇਹਦਾ ਆਨਸਰ ਡਿਪਿਕਟ ਕੀਤਾ ਜਾਏਗਾ ਦੱਸਿਆ ਜਾਏਗਾ ਨਾ ਤਾਂ ਉਹੀ ਸੇਮ ਚੀਜ਼ ਉਹੀ ਚੀਜ਼ ਜਿਹੜੀ ਕਿ ਸ਼ਬਦਾਂ ਦੇ ਵਿੱਚ ਬਿਆਨ ਕੀਤੀ ਜਾਂਦੀ ਹੈ ਪੋਰਟਰੇਟ ਕੀਤੀ ਜਾਂਦੀ ਹੈ ਦਿਖਾਈ ਜਾਂਦੀ ਹੈ ਪੋਰਟਰੇਟ ਦੀ ਫਾਰਮ ਦੇ ਵਿੱਚ ਤੁਹਾਨੂੰ ਜਿਹੜਾ ਉੱਥੇ ਦਾ ਉਹਦਾ ਮੀਨਿੰਗ ਹੁੰਦਾ ਹੈ ਡਿਪਿਕਟ ਮੀਨਿੰਗ ਕੀ ਹੋਏਗਾ ਤੁਹਾਡੇ ਕੋਲ ਡਿਪਿਕਟ ਕਰਨਾ ਸੋ ਅਲਾਈਅੰਸ ਹੋਮ ਦੈਨ ਪੋਰਟਰੇ ਇਨ ਵਰਡਸ ਮੀਨਿੰਗ ਇਜ਼ ਡਿਪਿਕਟ ਨੈਕਸਟ ਹੈ ਆਪਣੇ ਕੋਲ ਫਰੇਜ਼ ਦੈਟ ਇਜ਼ ਸਕਿਲਫੁਲ ਵਿਦ ਯੋਰ ਹੈਂਡਸ ਤਾਂ ਹੁਣ ਹੈਂਡਸ ਦਾ ਮਤਲਬ ਜਦੋਂ ਤੁਹਾਡੇ ਕੋਲ ਹੱਥ ਤਾਂ ਤੁਹਾਨੂੰ ਇੱਕ ਐਂਬੀ ਡੈਕਸਟਰਸ ਵਰਡ ਕਰਵਾਇਆ ਸੀ ਮਤਲਬ ਇਹੋ ਜਿਹਾ ਪਰਸਨ ਜਿਹੜਾ ਕਿ ਦੋਵੇਂ ਹੱਥਾਂ ਨਾਲ ਕੰਮ ਕਰ ਸਕਦਾ ਹੋਵੇ ਉਹ ਤੁਹਾਡੇ ਕੋਲੇ ਆਪਾਂ ਕਾਫੀ ਜਿਹੜੀਆਂ ਕਲਾਸਿਸ ਤੁਹਾਡੀਆਂ ਵਨ ਵਰਡ ਸਬਸਟੀਟਿਊਸ਼ਨ ਦੀਆਂ ਆਪਾਂ ਕਰ ਚੁੱਕੇ ਹਾਂ ਉਹਦੇ ਵਿੱਚ ਤੁਹਾਨੂੰ ਕਰਵਾਇਆ ਹੋਇਆ ਜਿਨ੍ਹਾਂ ਸਟੂਡੈਂਟਸ ਨੇ ਪਿੱਛੇ ਕਲਾਸਿਸ ਕੀਤੀਆਂ ਤਾਂ ਉਹਨਾਂ ਨੇ ਐਂਬੀਡੈਕਸਟਰਸ ਵਰਡ ਕੀਤਾ ਹੋਣਾ ਤਾਂ ਤੁਹਾਨੂੰ ਉੱਥੋਂ ਪਤਾ ਹੋਣਾ ਤਾਂ ਤੁਹਾਨੂੰ ਕੀ ਕਰਾਇਆ ਸੀ ਸਕਿਲਫੁਲ ਵਿਦ ਯੂਅਰ ਹੈਂਡਸ ਤਾਂ ਹੁਣ ਆਪਾਂ ਜਦੋਂ ਟੈਕਸਟ ਵਰਡ ਕਰਵਾਇਆ ਸੀ ਤੁਹਾਨੂੰ ਟੈਕਸਟ ਤੋਂ ਮੈਂ ਕਰਨਾ ਸੀ ਕਿ ਟੈਕਸਟ ਨੂੰ ਤੁਸੀਂ ਕਰ ਲਓ ਟੈਕਸਟ ਵਰਡ ਬਣਾ ਲਓ ਤੇ ਟੈਕਸਟ ਕਰਨਾ ਮਤਲਬ ਲਿਖਣਾ ਹੁਣ ਲਿਖੋਗੇ ਕਾਹਦੇ ਨਾਲ ਹੱਥਾਂ ਦੇ ਨਾਲ ਸੋ ਸਕਿਲਫੁਲ ਵਿਦ ਯੂਅਰ ਹੈਂਡਸ ਮੀਨਿੰਗ ਹੋ ਜਾਏਗਾ ਤੁਹਾਡੇ ਕੋਲ ਡੈਕਸਟਰਸ ਜਾਂ ਫਿਰ ਤੁਸੀਂ ਕਹਿ ਲਓ ਡੈਸਕ ਵਗੈਰਾ ਸਾਫ਼ ਕਰ ਰਹੇ ਹੋ ਤਾਂ ਉਹ ਵੀ ਸੇਮ ਹੈਂਡ ਦੇ ਨਾਲ ਹੀ ਕੀਤਾ ਜਾਏਗਾ ਸਕਿਲਫੁਲ ਵਿਦ ਯੂਅਰ ਹੈਂਡਸ ਮੀਨਿੰਗ ਹੋ ਡੈਕਸਟਰਸ ਨੈਕਸਟ ਆਪਣੇ ਕੋਲ ਫਰੇਜ਼ ਹੈ ਵਨ ਹੂ ਇਨਵੈਸਟੀਗੇਟਸ ਐਂਡ ਸੋਲਵਸ ਕ੍ਰਾਈਮ
ਹੈ ਉਹਦਾ ਪਰਸਨ ਜਿਹੜਾ ਕਿ ਇਨਵੈਸਟੀਗੇਟ ਕਰਦਾ ਹੈ ਤੇ ਕ੍ਰਾਈਮਸ ਨੂੰ ਸੋਲਵ ਕਰਦਾ ਹੈ ਤਾਂ ਜਾਸੂਸ ਕਹਿ ਸਕਦੇ ਹੋ ਤੁਸੀਂ ਤਾਂ ਉਹ ਕੀ ਆ ਗਿਆ ਆਪਣੇ ਕੋਲੇ ਡਿਟੈਕਟਿਵ ਡਿਟੈਕਟਿਵ ਹੈ ਜਿਹੜਾ ਇਹਦਾ ਮੀਨਿੰਗ ਹੁੰਦਾ ਹੈ ਡਿਟੈਕਟਿਵ ਹੈ ਜਿਹੜਾ ਤੁਸੀਂ ਧਿਆਨ 'ਚ ਰੱਖਣਾ ਹੈ ਇੱਕ ਸਪਾਈ ਵਰਡ ਵੀ ਯੂਜ਼ ਕੀਤਾ ਜਾਂਦਾ ਹੈ ਉਹ ਹੁੰਦਾ ਗੁਪਤ ਤਰੀਕੇ ਨਾਲ ਤੇ ਡਿਟੈਕਟਿਵ ਜਿਹੜਾ ਤੁਹਾਨੂੰ ਕੋਲੇ ਆ ਜਾਏਗਾ ਇਸ ਫਰੇਜ਼ ਦਾ ਮੀਨਿੰਗ ਫਨ ਇਨਵੈਸਟੀਗੇਟਸ ਐਂਡ ਸੋਲਵਸ ਕ੍ਰਾਈਮ ਨੈਕਸਟ ਹੈ ਜੀ ਆਪਣੇ ਕੋਲੇ ਫਰੇਜ਼ ਦੈਟ ਇਜ਼ ਲਾਈਟ ਰੇਨ ਫਾਲਿੰਗ ਇਨ ਸਮਾਲ ਡ੍ਰੌਪ ਤਾਂ ਹੁਣ ਕਹੇ ਬੂੰਦਾਬਾਂਦੀ ਕਹਿ ਸਕਦੇ ਜਿਵੇਂ ਆਪਾਂ ਇੱਕ ਤਾਂ ਹੁੰਦੀ ਹੈ ਤੁਹਾਡੇ ਕੋਲੇ ਪੂਰੀ ਬਾਰਿਸ਼ ਬਹੁਤ ਕਹਿ ਲਓ ਹੈਵੀ ਬਾਰਿਸ਼ ਹੋ ਰਹੀ ਹੈ ਬੜੀਆਂ ਬੜੀਆਂ ਬੂੰਦਾਂ ਡਿੱਗ ਰਹੀਆਂ ਗੜੇ ਵਾਲੀ ਖੜੀ ਹੈ ਤਾਂ ਉਹ ਵਾਲੀ ਚੀਜ਼ ਹੁੰਦੀ ਹੈ ਅਲੱਗ ਬਟ ਇੱਕ ਜਦੋਂ ਹੁੰਦੀ ਹੈ ਤੁਹਾਡੇ ਕੋਲ ਟ੍ਰਿਜ਼ਨਿੰਗ ਵਾਲੀ ਫਾਰਮ ਤੁਸੀਂ ਸੁਣੇ ਹੀ ਹੋਣੇ ਤਾਂ ਕੀ ਹੁੰਦਾ ਬਹੁਤ ਛੋਟੀਆਂ ਛੋਟੀਆਂ ਬੂੰਦਾਂ ਦੀਆਂ ਜਿਹਨਾਂ ਆਪਾਂ ਬੂੰਦਾਬਾਂਦੀ ਕਹਿ ਦਿੰਦੇ ਹਾਂ ਤਾਂ ਕੀ ਹੁੰਦਾ ਉਹਦਾ ਮੀਨਿੰਗ ਤੁਹਾਡੇ ਕੋਲੇ ਟ੍ਰਿਜ਼ਲ ਵਰਡ ਦਾ ਯੂਜ਼ ਕੀਤਾ ਜਾਂਦਾ ਟ੍ਰਿਜ਼ਲ ਤਾਂ ਤੁਸੀਂ ਕਹਿ ਲਓ ਹੁਣ ਉਹ ਵੀ ਲਾਈਟ ਰੇਨ ਹੈ ਮਤਲਬ ਇੰਨੀ ਜ਼ਿਆਦਾ ਹੁਣ ਲਾਈਟ ਰੇਨ ਦਾ ਮਤਲਬ ਕਿ ਬਹੁਤ ਥੋੜੀ ਜਿਹੀ ਬਰਕਤ ਆ ਹੁਣ ਧਰਤੀ ਇੰਨੀ ਗਿੱਲੀ ਨਹੀਂ ਹੁੰਦੀ ਉਹ ਡਰਾਈ ਜਿਹੀ ਰਹਿ ਜਾਂਦੀ ਹੈ ਉੱਥੋਂ ਵੀ ਤੁਸੀਂ ਬਣਾ ਸਕਦੇ ਟ੍ਰੇਸ ਅੱਗੇ ਜੀ ਆਪਣੇ ਕੋਲੇ ਵਰਡ ਰੈਪੀਟੀਸ਼ਨ ਆਫ ਸਾਊਂਡ ਕਾਲਡ ਬਾਈ ਰਿਫਲੈਕਸ਼ਨ ਆਫ ਸਾਊਂਡ ਵੇਵਸ ਤਾਂ ਹੁਣ ਰੈਪੀਟੀਸ਼ਨ ਹੁੰਦੀ ਹੈ ਜਿਵੇਂ ਆਪਾਂ ਕਈ ਵਾਰ ਕਹਿ ਲਓ ਕਿਸੇ ਤੁਸੀਂ ਪਹਾੜੀ ਇਲਾਕੇ ਤੇ ਗਏ ਹੋ ਉੱਥੇ ਤੁਸੀਂ ਉੱਚੀ ਜਿਹੇ ਕੁਝ ਬੋਲੋਗੇ ਤਾਂ ਤੁਹਾਨੂੰ ਐ ਲੱਗੂਗਾ ਵੀ ਪਹਾੜਾਂ ਤੋਂ ਦੁਆਰਾ ਵਾਪਸ ਤੁਹਾਡੀ ਆਵਾਜ਼ ਆ ਗਈ ਜਾਂ ਕਿਸੇ ਖਾਲੀ ਕਮਰੇ ਦੇ ਵਿੱਚ ਹਾਲ ਦੇ ਵਿੱਚ ਤੁਸੀਂ ਜਦੋਂ ਬੋਲੋਗੇ ਤਾਂ ਤੁਹਾਡੀ ਜਿਹੜੀ ਆਵਾਜ਼ ਹੈ ਤੁਹਾਨੂੰ ਦੁਆਰਾ ਫੇਰ ਸਾਊਂਡ ਹੈ ਜਿਹੜੀ ਤੁਹਾਨੂੰ ਸੁਣੂਗੀ ਤਾਂ ਉਹਨੂੰ ਕੀ ਕਿਹਾ ਜਾਂਦਾ ਇਕੋ ਵਰਡ ਹੈ ਜਿਹੜਾ ਉਹਦੇ ਵਾਸਤੇ ਯੂਜ਼ ਕੀਤਾ ਜਾਂਦਾ ਮਤਲਬ ਸਾਊਂਡ ਹੈ ਜਿਹੜੀ ਰਿਪੀਟ ਹੁੰਦੀ ਹੈ ਰੈਪੀਟੀਸ਼ਨ ਆਫ ਸਾਊਂਡ ਕਾਜ਼ਡ ਬਾਈ ਰਿਫਲੈਕਸ਼ਨ ਆਫ ਸਾਊਂਡ ਵੇਵਸ ਬਿਕਾਜ਼ ਜਿਹੜੀ ਆਪਣੀਆਂ ਸਾਊਂਡ ਵੇਵਸ ਹੁੰਦੀਆਂ ਨੇ ਉਹ ਰਿਫਲੈਕਟ ਹੁੰਦੀਆਂ ਨੇ ਆਵਾਜ਼ ਦੇ ਦੁਆਰਾ ਤਾਂ ਇੱਥੇ ਦਾ ਮੀਨਿੰਗ ਹੁੰਦਾ ਜੀ ਇੱਕੋ ਤਾਂ ਹੁਣ ਆਪਾਂ 6 ਵਰਡ ਦੇਖਿਆ ਇਹਨਾਂ ਦੀ ਲੈਣੇ ਇੱਕ ਕੁਇਕ ਰੀਜ਼ਨ ਦੇਨ ਆਪਾਂ ਇਡੀਅਮ ਫਰੇਜ਼ ਨੂੰ ਡਿਸਕਸ ਕਰਾਂਗੇ ਦੇਖੋ ਜੀ First phrase ही अपनी lines home meaning is then and the next word is portray in words meaning अपने को depict by word ਜਿਹੜਾ ਆਪਾਂ use ਕਰਾਂਗੇ next is skillful with your hands meaning is dexterous next is one who investigates and solves crime and the one word for this phrase is detective next phrase is the अपनी light rain falling in small drops and the one word for this phrase is result next phrase है जी अपनी repetition of a sound caused by reflection of sound waves ਤੇ one word ਹੈ ਜੀ ਆਪਣਾ ਇੱਕ ਤਾਂ ਇਕੁਅਲ ਜਿਹੜਾ ਤੁਸੀਂ ਇੱਥੋਂ ਯਾਦ ਕਰ ਲੈਣਾ ਸੋ 6 ਫਰੇਜ਼ 6 phrases 6 words then depict dexterous detective result and last is equal ਫਰੇਜ਼ ਜਿਹੜੇ ਤੁਹਾਡੇ ਲਰਨ ਹੋਣੇ ਚਾਹੀਦੇ ਸਪੈਲਿੰਗ ਪਲੱਸ ਇਹਨਾਂ ਦਾ ਮੀਨਿੰਗ ਅੱਗੇ ਜੀ ਆਪਣਾ ਇਡੀਅਮ ਫਰੇਜ਼ਲ ਦਾ ਪੋਰਸ਼ਨ ਮੁਹਾਵਰੇ ਜਿਹਨੂੰ ਆਪਾਂ ਕਹਿੰਦੇ ਹਾਂ ਅਖੌਤਾਂ ਆਪਣੀਆਂ ਇਹਦੇ ਵਿੱਚ ਆ ਜਾਂਦੀਆਂ ਫਰਸਟ ਫਰੇਜ਼ ਤੁਹਾਨੂੰ ਸਕਰੀਨ ਤੇ ਸ਼ੋ ਹੋ ਗਈ ਹੈ ਮੀਨਿੰਗ ਦੇਖੋ ਤੇ ਆਪਣਾ ਜਿਹੜਾ ਹੈਗਾ ਫਰੇਜ਼ ਤੁਹਾਨੂੰ ਦੇਖੋ The early bird catches the worm ਤਾਂ ਤੁਹਾਨੂੰ ਕਹਿੰਦੇ ਨਹੀਂ ਹੁੰਦੇ ਵੀ ਛੇਤੀ ਜਲਦੀ ਉੱਠੋ ਹਨਾ ਵੀ ਕਿ ਜਿਹੜਾ ਸਵੇਰੇ ਜਲਦੀ ਉੱਠਦਾ ਉਹ ਵਾਧੂ ਕੰਮ ਹੈ ਜਿਹੜਾ ਨਿਬੇੜ ਲੈਂਦਾ ਤਾਂ early bird catches the worm ਇਹਦਾ ਮੀਨਿੰਗ ਕੀ ਹੁੰਦਾ ਹੈ ਜਿਹੜਾ ਪੰਛੀ ਸਵੇਰੇ ਜਲਦੀ ਉੱਠੂਗਾ ਚੋਗਾ ਲੈਣ ਦੇ ਲਈ ਉਹਨੂੰ ਜਿਹੜਾ ਹੈਗਾ ਆਸਾਨੀ ਨਾਲ ਕੀੜੇ ਪਕੌੜੇ ਜਿਹੜੇ ਉਹ ਮਿਲ ਜਾਂਦੇ ਆ ਬਿਕਾਜ਼ ਸਵੇਰ ਸਵੇਰ ਦੇ ਟਾਈਮ ਦੇ ਵਿੱਚ ਹਰ ਕੋਈ ਹੈ ਜਿਹੜਾ ਭੋਜਨ ਦੀ ਭਾਲ ਦੇ ਵਿੱਚ ਹੀ ਹੁੰਦਾ ਸੋ ਇੱਥੋਂ ਤੁਸੀਂ ਬਣਾ ਸਕਦੇ ਹੋ ਵੀ ਇਹੋ ਜਿਹਾ ਪਰਸਨ ਜਿਹੜਾ ਕਿ ਸਵੇਰੇ ਜਲਦੀ ਉੱਠਦਾ ਹੈ early bird ਹੈ ਤਾਂ ਉਹ ਕੀ ਹੁੰਦਾ ਹੈ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਟਾਈਮ ਹੈ ਜਾਂ ਫਿਰ ਜਿਹੜਾ ਕਹਿ ਲਓ ਕੋਈ ਵੀ ਲਾਈਫਸਟਾਈਲ ਆ ਉਹ ਵਧੀਆ ਕਰ ਸਕਦਾ ਹੈ ਫਨ who writes first gets the best chance at success ਤਾਂ ਉਹੀ ਟਾਈਮ ਜੀ ਤੁਸੀਂ ਦੇਖਿਆ ਹੋਣਾ ਤੁਸੀਂ ਇੱਕ ਤਾਂ ਉੱਠ ਰਹੇ ਹੋ ਕੋਈ ਪਰਸਨ ਉੱਠ ਰਿਹਾ ਸਵੇਰ 4 ਵਜੇ ਮਾਰਨਿੰਗ ਟਾਈਮ 4 ਵਜੇ ਉੱਠ ਰਿਹਾ ਕਿਸੇ ਦਾ ਉੱਠਣ ਦਾ ਟਾਈਮ ਹੈ ਤੁਹਾਡਾ 7-8 ਵਜੇ ਹੁਣ 7-8 ਵਾਲਾ ਜ਼ਿਆਦਾ ਇਫੈਕਟਿਵਲੀ ਕੰਮ ਕਰੂਗਾ ਜਾਂ ਫਿਰ 4 ਵਜੇ ਵਾਲਾ ਤਾਂ ਤੁਸੀਂ ਇਹ ਚੀਜ਼ ਦੇਖਿਓ ਨਹੀਂ ਜਿਹੜਾ ਪਰਸਨ 4 ਵਜੇ ਉੱਠ ਗਿਆ ਹੁਣ ਉਹਨੇ 4 ਵਜੇ ਤੋਂ ਲੈ ਕੇ 7 ਵਜੇ ਤੱਕ ਦੇਖਿਓ 3 ਘੰਟੇ ਜਿਹੜਾ ਪਹਿਲਾਂ ਵਾਲੇ ਪਰਸਨ ਨਾਲੋਂ 3 ਘੰਟੇ ਜ਼ਿਆਦਾ ਆਪਣਾ ਕਹਿ ਲਓ ਕੰਮ ਕਰ ਲਿਆ ਇਟ ਮੀਨਸ ਉਹ ਹੈ ਜਿਹੜਾ ਉਹਦੇ ਤੋਂ ਜ਼ਿਆਦਾ ਇਫੈਕਟਿਵਲੀ ਕੰਮ ਨਿਬੇੜ ਰਿਹਾ ਸੁਬਾਹ ਕੰਮ ਛੇਤੀ ਕਰ ਰਿਹਾ ਸੋ ਵਨ ਹੂ ਅਰਾਈਵਸ ਫਰਸਟ ਗੈਟਸ ਦਾ ਬੈਸਟ ਚਾਂਸ ਐਟ ਸਕਸੈਸ ਜੋ ਪਰਸਨ ਹੈ ਜਿਹੜਾ ਜ਼ਿਆਦਾ ਜਲਦੀ ਉੱਠਦਾ ਛੇਤੀ ਕਹਿ ਲਓ ਕੰਮ ਕਰ ਰਿਹਾ ਤਾਂ ਉਹੀ ਸੇਮ ਚੀਜ਼ ਉਹਨੂੰ ਚਾਂਸ ਹੈ ਜਿਹੜੇ ਉਹਦੇ ਵਧੀਆ ਹੁੰਦੇ ਆ ਸਕਸੈਸਫੁਲ ਹੋਣ ਦੇ ਅਰਲੀ ਬਰਡ ਕੈਚਸ ਦਾ ਵਰਮਸ ਨੈਕਸਟ ਹੈ ਆਪਣੇ ਕੋਲੇ ਦਾ ਐਂਡ ਜਸਟੀਫਾਈਜ਼ ਦਾ ਮੀਨ ਐਂਡ ਜਸਟੀਫਾਈਜ਼ ਦਾ ਮੀਨਸ ਇਹਦਾ ਮਤਲਬ ਹੁੰਦਾ ਤੁਹਾਡੇ ਕੋਲੇ ਕਿਸੇ ਇਹੋ ਜਿਹੀ ਚੀਜ਼ ਦਾ ਯੂਜ਼ ਕਰਨਾ ਜੋ ਕਿ ਕਹ ਲਓ ਅਨਫੇਅਰ ਹੈ the end justifies the means wrong and unfair wrong and unfair methods to achieve something ਤਾਂ ਕਿਸੇ wrong method ਦਾ ਯੂਜ਼ ਕਰ ਰਹੇ ਜਿਵੇਂ ਆਪਣਾ ਹੀ ਸੇਮ ਲੈ ਲਓ ਬਹੁਤ ਸਾਰੇ ਕਹਿੰਦੇ ਆਪਣੇ ਕੋਲੇ ਐਪਲੀਕੈਂਟਸ ਹੁੰਦੇ ਆ ਜੋ ਕਿ ਕਿਸੇ ਨਾ ਕਿਸੇ ਜੌਬ ਨੂੰ ਲੈਣ ਦੇ ਵਾਸਤੇ ਕੀ ਕਰਦੇ ਨੇ ਰਿਸ਼ਵਤ ਵਗੈਰਾ ਦਿੰਦੇ ਆ ਹਨਾ ਤਾਂ ਉੱਥੇ ਉਹਨਾਂ ਦਾ ਮੀਨਿੰਗ ਆ ਤੁਸੀਂ ਇਹ ਫਰੇਜ਼ ਉਹਨਾਂ ਵਾਸਤੇ ਯੂਜ਼ ਕਰ ਸਕਦੇ ਹੋ the end justifies the means ਕਹਿੰਦੇ ਜਿਹੜਾ ਅਸਲ ਦੇ ਵਿੱਚ ਨਤੀਜਾ ਆਉਂਦਾ ਨਾ ਉਹ ਐਂਡ ਜਿਹੜਾ ਹੁੰਦਾ ਹੈਗਾ ਉਹ ਜਸਟੀਫਾਈਸ ਹੁੰਦਾ ਹੈਗਾ ਕਿਹਦੇ ਦੁਆਰਾ ਮੀਨਸ ਦੇ ਦੁਆਰਾ ਜਿਹੜੇ ਲੋਕ ਇਹੋ ਜਿਹਾ ਕੰਮ ਕਰ ਦਿੰਦੇ ਰਿਸ਼ਵਤ ਵਗੈਰਾ ਦਿੰਦੇ ਪਰ ਉਹਨਾਂ ਦੀ ਜੌਬ ਹੈ ਜਿਹੜੀ ਉਹ ਪੱਕੀ ਹੋ ਜਾਂਦੀ ਹੈ ਜੋ ਕਿ ਆਪਣੇ ਲਈ ਇੱਕ ਰੋਂਗ ਤੇ ਅਨਫੇਅਰ ਮੈਥਡ ਹੈ ਸਾਰਿਆਂ ਨੂੰ ਇੱਕੋ ਜਿਹਾ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਆਪਣੇ ਜਿਹੜਾ ਹੈਗਾ ਇਸ ਟਾਈਮ ਦੇ ਉੱਤੇ ਥੋੜਾ ਕਹਿ ਸਕਦੇ ਹਾਂ ਸੁਧਾਰ ਹੋਇਆ ਫਿਰ ਵੀ ਕਿੰਨਾ ਕੁ ਟਾਈਮ ਹੈ ਜਿਹੜਾ ਕਿ ਇਹ ਚੀਜ਼ ਚੱਲਦੀ ਰਹੇਗੀ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹਾਂਜੀ ਤਾਂ ਆਪਣਾ ਜਿਹੜਾ ਫਰੇਜ਼ ਹੈ ਦਾ ਐਡ ਜਸਟੀਫਾਈਜ਼ ਦਾ ਮੀਨਸ ਤੁਹਾਡੇ ਕੋਲ ਮੇਨ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਰੋਂਗ ਤੇ ਅਨਫੇਅਰ ਮੈਥਡ ਜਿਹੜਾ ਕਿ ਕਿਸੇ ਚੀਜ਼ ਨੂੰ ਅਚੀਵ ਕਰਨ ਲਈ ਯੂਜ਼ ਕੀਤਾ ਜਾ ਰਿਹਾ ਹੈ ਨੈਕਸਟ ਆਪਣੇ ਕੋਲ ਥਰਡ ਨੰਬਰ ਫਰੇਜ਼ ਦੈਟ ਇਜ਼ ਸਟਿਲ ਵਾਟਰਸ ਰਨ ਡੀਪ ਸਟਿਲ ਵਾਟਰਸ ਰਨ
ਠੀਕ ਤਾਂ ਹੁਣ ਇਹੋ ਜਿਹਾ ਪਰਸਨ ਜਿਹੜਾ ਕਿ ਕਹਿ ਲਓ ਜ਼ਿਆਦਾ ਨਹੀਂ ਬੋਲਦਾ ਪਰ ਉਹਦੇ ਕੋਲ ਗਿਆਨ ਦਾ ਭੰਡਾਰ ਹੈ ਇੱਕ ਤਰੀਕੇ ਨਾਲ ਚੁੱਪ ਜਿਹਾ ਰਹਿੰਦਾ ਹੈ ਪਰ ਉਹ ਜ਼ਿਆਦਾ ਕਹਿ ਲਓ ਕਿਸੇ ਨਾਲ ਖੁੱਲ ਕੇ ਗੱਲ ਨਹੀਂ ਕਰਦਾ ਤੇ ਪਰ ਦੇਖਿਆ ਜਾਵੇ ਤਾਂ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਪਤਾ ਹੁੰਦਾ ਹੈ ਤਾਂ ਉੱਥੇ ਤੁਸੀਂ ਕਹਿ ਸਕਦੇ ਹੋ ਸਟਿਲ ਵਾਟਰ ਰੈਕਸ ਠੀਕ ਮਤਲਬ ਸ਼ਾਂਤ ਸਮੁੰਦਰ ਹੈ ਜਿਹੜਾ ਉਹ ਵੀ ਬਹੁਤ ਜ਼ਿਆਦਾ ਡੇਂਜਰਸ ਹੁੰਦਾ ਹੈ ਸੋ ਅ ਪਰਸਨ ਹੂ ਡਜ਼ ਨਾਟ ਸੇ ਮਚ ਮੇ ਨੋ ਅ ਲੋਟ ਇਹੋ ਜਿਹਾ ਪਰਸਨ ਜਿਹੜਾ ਜ਼ਿਆਦਾ ਨਹੀਂ ਬੋਲਦਾ ਪਰ ਉਹ ਕਹਿ ਦੋ ਬਹੁਤ ਸਾਰੀਆਂ ਚੀਜ਼ਾਂ ਜਾਣਦਾ ਹੁੰਦਾ ਹੈ ਇੱਥੇ ਤੁਸੀਂ ਯੂਜ਼ ਕਰੋਗੇ ਫਰੇਜ਼ ਸਟਿਲ ਵਾਟਰ ਸਰਾਉੰਡ ਠੀਕ ਨੈਕਸਟ ਹੈ ਜੀ ਆਪਣੇ ਕੋਲ ਸਵੀਪ ਅੰਡਰ ਦਾ ਕਾਰਪੇਟ ਸਵੀਪ ਅੰਡਰ ਦਾ ਕਾਰਪੇਟ ਤਾਂ ਸਵੀਪਿੰਗ ਦਾ ਮੀਨਿੰਗ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਸਫਾਈ ਵਗੈਰਾ ਜਦੋਂ ਤੁਸੀਂ ਲਾ ਲਓਗੇ ਸਵੀਪ ਕਰਨਾ ਮਤਲਬ ਸਫਾਈ ਕਰ ਰਹੇ ਹੋ ਠੀਕ ਹੈ ਅੰਡਰ ਦਾ ਕਾਰਪੇਟ ਕਿ ਜੇ ਤੁਹਾਡੇ ਕੋਲੇ ਇੱਕ ਜਿਹੜਾ ਵਿਛਾਉਣਾ ਜਿਹਾ ਹੁੰਦਾ ਨਾ ਜਿਵੇਂ ਕੱਪੜਾ ਆਪਾਂ ਪੈਰ ਵਗੈਰਾ ਪੂੰਝ ਕੇ ਜਾਂਦੇ ਹਾਂ ਨਾ ਅੰਦਰਲੇ ਪਾਸੇ ਕਮਰੇ ਦੇ ਵਿੱਚ ਹਿੱਸੇ ਦੇ ਵਿੱਚ ਵੀ ਸੋ ਕਾਰਪੇਟ ਉੱਥੋਂ ਤੁਸੀਂ ਬਣਾ ਲੈਣੇ ਸਵੀਪ ਅੰਡਰ ਦਾ ਕਾਰਪੇਟ ਤਾਂ ਮਤਲਬ ਹੁੰਦਾ ਤੁਹਾਡੇ ਕੋਲੇ ਇਹੋ ਜਿਹੀ ਚੀਜ਼ ਜਿਹੜੀ ਕਿ ਲੁਕੋਈ ਹੋਈ ਸੀ ਤੇ ਤੁਸੀਂ ਇਹ ਜਿਹੜਾ ਨੂੰ ਸੀਕ੍ਰੇਟ ਰੱਖਿਆ ਹੋਇਆ ਸੀ ਸੋ ਟੂ ਹਾਈਡ ਅ ਪ੍ਰੋਬਲਮ ਔਰ ਟਰਾਈ ਟੂ ਕੀਪ ਇਟ ਸੀਕ੍ਰੇਟ ਇਨਸਟੈਡ ਆਫ ਡੀਲਿੰਗ ਵਿਦ ਇਟ ਤਾਂ ਇਹੋ ਜਿਹੀ ਜਿਹੜੀ ਚੀਜ਼ ਜਿਹੜੀ ਕਿ ਤੁਸੀਂ ਕਹਿ ਲਓ ਲੁਕਾਉਣ ਦੀ ਕੋਸ਼ਿਸ਼ ਕਰਦੇ ਹੋ ਇਸ ਤੋਂ ਇਲਾਵਾ ਕਿ ਤੁਸੀਂ ਉਹਦੇ ਨਾਲ ਡੀਲ ਕਰੋ ਛੁਪਾਉਣ ਦੀ ਕੋਸ਼ਿਸ਼ ਕਰਦੇ ਹੋ ਫੋਰ ਐਗਜ਼ਾਮਪਲ ਜਿਵੇਂ ਆਪਾਂ ਹੀ ਕਹਿ ਲਓ ਕਿ ਕਿਸੇ ਸਟੂਡੈਂਟ ਦੇ ਕਿਸੇ ਪੇਪਰ ਦੇ ਵਿੱਚ ਨੰਬਰ ਘੱਟ ਆ ਗਏ ਤਾਂ ਜ਼ਿਆਦਾਤਰ ਉਹ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹਦੇ ਫਰੈਂਡਸ ਨੂੰ ਪਤਾ ਨਾ ਚੱਲੇ ਫਰੈਂਡਸ ਨੂੰ ਨਹੀਂ ਪਤਾ ਚੱਲਣਾ ਚਾਹੀਦਾ ਜਾਂ ਫਿਰ ਉਹਦੇ ਪੇਰੈਂਟਸ ਨੂੰ ਨਾ ਪਤਾ ਚੱਲ ਜੇ ਮੇਰੇ ਨੰਬਰ ਘੱਟ ਆ ਗਏ ਤਾਂ ਉਹਦੀ ਸੇਮ ਚੀਜ਼ ਤੁਸੀਂ ਕਿਸੇ ਪ੍ਰੋਬਲਮ ਨੂੰ ਡੀਲ ਕਰਨ ਦੀ ਥਾਂ ਤੇ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਡੇ ਕੋਲ ਫਰੇਜ਼ ਯੂਜ਼ ਹੋਏਗੀ ਸਵੀਪ ਅੰਡਰ ਦਾ ਕਾਰਪੇਟ ਨੈਕਸਟ ਆਪਣੇ ਕੋਲ ਫਰੇਜ਼ ਆ ਜਾਂਦੀ ਹੈ ਜੀ ਸਟੈਬ ਸਮਵਨ ਇਨ ਦਾ ਬੈਕ ਤਾਂ ਉਹੀ ਸੇਮ ਚੀਜ਼ ਹੈ ਪਿੱਠ ਪਿੱਛੇ ਛੁਰਾ ਮਾਰਨਾ ਤੁਸੀਂ ਸੁਣਿਆ ਹੋਣਾ ਮਤਲਬ ਕੀ ਹੁੰਦਾ ਹੈ ਕਿਸੇ ਨੂੰ ਬਟਰੇ ਕਰਨਾ ਪਿੱਛੋਂ ਜਿਹੜਾ ਹਮਲਾ ਕਰਨਾ ਸੋ ਬਟਰੇ ਸਮਵਨ then ਧੋਖਾ ਦੇਣਾ ਬਟਰੇ ਸਮਵਨ ਧੋਖਾ ਦੇਣਾ ਤੁਸੀਂ ਜਿਹੜਾ ਯੂਜ਼ ਕਰ ਸਕਦੇ ਐਂਡ ਦ ਲਾਸਟ ਫਰੇਜ਼ ਆਫ ਟੂਡੇਜ਼ ਕਲਾਸ ਇਜ਼ ਸਟੈਂਡ ਬਾਈ ਦਾ ਮਤਲਬ ਆਪਾਂ ਕਹਿੰਦੇ ਹੁੰਦੇ ਵੀ ਕਿ ਕੋਈ ਨਾ ਕੰਮ ਕਰ ਮੈਂ ਤੇਰੇ ਪਿੱਛੇ ਹੈਗਾ ਸੋ ਸਟੈਂਡ ਬਾਈ ਟੂ ਸਪੋਰਟ ਔਰ ਫੇਸ ਲੋਇਲ ਟੂ ਸਮਵਨ ਕਿਸੇ ਦੇ ਪ੍ਰਤੀ ਵਫਾਦਾਰ ਰਹਿਣਾ ਸਪੋਰਟ ਕਰਨਾ ਵਫਾਦਾਰੀ ਨਾਲ ਕਿਸੇ ਦੀ ਡੀਲ ਕਰਨਾ ਇਹ ਹੈ ਕਿ ਤੁਹਾਡਾ 6 ਫਰੇਜ਼ਲ ਆਈ ਹੋਪ ਤੁਹਾਨੂੰ ਈਡੀਅਮ ਫਰੇਜ਼ਲ ਕਲੀਅਰ ਹੋ ਗਏ ਹੋਣਗੇ ਲੈਣਾ ਇੱਕ ਵਾਰ ਕੋਈ ਰਿਵੀਜ਼ਨ ਦੇਣਾ ਆਪਾਂ ਚੈਨਲ ਮੈਂ ਡਿਸਕਸ ਕਰਾਂਗੇ ਦੇਖੋ ਜੀ ਆਪਣੀ ਫਰਸਟ ਫਰੇਜ਼ ਜਿਹੜੀ ਆਪਾਂ ਡਿਸਕਸ ਕੀਤੀ ਆ ਉਹ ਸੀ ਦ ਅਰਲੀ ਵਰਡ ਕੈਚਸ ਦਾ ਮੌਮਸ ਮੀਨਿੰਗ ਆਪਣੇ ਕੋਲੇ ਵਨ ਹੂ ਅਰਾਈਵਸ ਫੋਰਸ ਗੈਟਸ ਦਾ ਬੈਸਟ ਚਾਂਸ ਐਟ ਸਕਸੈਸ ਇੱਕ ਚੀਜ਼ ਤੁਸੀਂ ਇਹ ਵੀ ਸੁਣੀ ਹੋਣੀ ਹੈ ਕਿ ਜਿਹੜੇ ਕਹਿ ਲਓ ਮਿਹਨਤ ਕਰਨ ਵਾਲੇ ਆ ਜਿਹੜੇ ਜੋ ਕੁਝ ਛੱਡ ਜਾਂਦੇ ਆ ਉਹ ਜਿਹੜੇ ਪਿੱਛੇ ਹੁੰਦੇ ਤੁਹਾਡੇ ਕੋਲੇ ਕਿਸਮਤ ਤੇ ਭਰੋਸਾ ਕਰਨ ਵਾਲੇ ਵਾਸਤੇ ਉਹੀ ਬਚਦਾ ਜੋ ਮਿਹਨਤ ਕਰਨ ਵਾਲੇ ਛੱਡ ਜਾਂਦੇ ਆ ਉਹੀ ਤੁਸੀਂ ਜਿਹੜਾ ਇੱਥੇ ਵੀ ਲਾ ਸਕਦੇ ਹੋ ਅਰਲੀ ਵਰਡ ਕੈਚਸ ਦਾ ਮੌਮਸ ਮਤਲਬ ਕਿ ਜਿਹੜਾ ਪਰਸਨ ਜ਼ਿਆਦਾ ਮਿਹਨਤ ਕਰੂਗਾ ਉਹਦੇ ਚਾਂਸ ਜ਼ਿਆਦਾ ਹੋਣਗੇ ਸਕਸੈਸਫੁਲ ਹੋਣਗੇ ਰੈਦਰ ਦੈਨ ਦੂਸਰਿਆਂ ਨਾਲ ਠੀਕ ਹੈ ਜੀ ਅੱਗੇ ਆਪਣੇ ਕੋਲ ਸੈਕੰਡ ਦੈਟ ਇਜ਼ ਦਾ ਐਂਡ ਜਸਟੀਫਾਈਜ਼ ਦਾ ਮੀਨਸ ਰੋਂਗ ਐਂਡ ਅਨਫੇਅਰ ਮੈਥਡਸ ਟੂ ਅਚੀਵ ਸਮਥਿੰਗ ਅੱਗੇ ਆਪਣੇ ਕੋਲ ਫਰੇਜ਼ ਆ ਜਾਂਦੀ ਹੈ ਸਵੀਪ ਅੰਡਰ ਦਾ ਸੌਰੀ ਸਟਿਲ ਵਾਟਰਸ ਰਨ ਡੀਪ ਮੀਨਿੰਗ ਆਪਣੇ ਕੋਲ ਪਰਸਨ ਹੂ ਡਜ਼ ਨਾਟ ਸੇ ਮਚ ਮੇ ਨੋ ਅ ਲੋਟ ਇਹੋ ਜਿਹਾ ਪਰਸਨ ਜਿਹੜਾ ਬੋਲਦਾ ਨਹੀਂ ਪਰ ਅਸਲ ਦੇ ਵਿੱਚ ਜਿਹੜਾ ਉਹ ਗਿਆਨ ਦਾ ਉਹਦੇ ਕੋਲ ਬਹੁਤ ਭੰਡਾਰ ਹੁੰਦਾ ਬਹੁਤ ਹੀ ਗਿਆਨ ਹੁੰਦਾ ਹੈ ਅਗਲੀ ਲਾਸਟ ਫਰੇਜ਼ ਆਪਣੀ ਜੀ ਸਵੀਪ ਅੰਡਰ ਦਾ ਕਾਰਪੇਟ ਮੀਨਿੰਗ ਹੁੰਦਾ ਹੈ ਇਹੋ ਜਿਹੀ ਚੀਜ਼ ਜਿਹੜੀ ਕਿ ਤੁਸੀਂ ਲੁਕਾਉਣ ਦੀ ਕੋਸ਼ਿਸ਼ ਕਰਦੇ ਹੋ ਇਨਸਟੈਡ ਆਫ ਡੀਲਿੰਗ ਵਿਦ ਇਟ ਉਹਦੇ ਨਾਲ ਡੀਲ ਕਰਨ ਦੀ ਬਜਾਏ ਤੁਸੀਂ ਲੁਕਾਉਣ ਦੀ ਕੋਸ਼ਿਸ਼ ਕਰਦੇ ਹੋ ਅੱਗੇ ਆਪਣੀ ਫਰੇਜ਼ ਆ ਸਟੈਪ ਸਮਵਨ ਇਨ ਦਾ ਬੈਕ ਮੀਨਿੰਗ ਹੁੰਦਾ ਹੈ ਕਿਸੇ ਦੇ ਪਿੱਠ ਵਿੱਚ ਛੁਰਾ ਮਾਰਨਾ ਉਹਨੂੰ ਬਿਟਰੇ ਕਰਨਾ ਧੋਖਾ ਦੇਣਾ ਸੋ ਅੱਗੇ ਆਪਣੇ ਕੋਲ ਫਰੇਜ਼ ਆ ਜਾਏਗੀ ਸਟੈਂਡ ਬਾਈ ਮੀਨਿੰਗ ਹੁੰਦਾ ਹੈ ਟੂ ਸਪੋਰਟ ਔਰ ਰਿਮੇਨ ਲੋਇਲ ਟੂ ਸਮਵਨ ਆਈ ਹੋਪ ਤੁਹਾਨੂੰ ਕਲੀਅਰ ਹੋ ਗਏ ਹੋਣਗੇ ਅੱਗੇ ਆਪਣਾ ਆ ਜਾਂਦਾ ਜੀ ਸਿਨੋਨਿਮ ਐਂਟੀਨਮਸ ਦਾ ਪੋਰਸ਼ਨ ਸਮਾਨਾਰਥੀ ਤੇ ਵਿਰੋਧੀ ਸ਼ਬਦ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਫਰਸਟ ਆਪਣੇ ਕੋਲ ਵਰਡ ਹੈ ਫੋਲੋ ਦਾ ਮੀਨਿੰਗ ਤਾਂ ਤੁਹਾਨੂੰ ਪਤਾ ਹੀ ਫੋਲੋ ਮੀ ਆਪਾਂ ਯੂਜ਼ ਕਰ ਰਹੇ ਹਾਂ ਨਾ ਫੋਲੋ ਮੀ ਫੀਲ ਹਿਮ ਤਾਂ ਇਹੋ ਜਿਹੇ ਵਰਡ ਜਿਵੇਂ ਆਪਾਂ ਨੂੰ ਜ਼ਿਆਦਾ ਨੇ ਸ਼ੁਰੂ ਕੀਤਾ ਇਸ ਦਾ ਪਾਲਣ ਕਰਨਾ ਕਿਸੇ ਚੀਜ਼ ਦੇ ਅਕੋਰਡਿੰਗ ਚੱਲਣਾ ਪਾਲਣ ਕਰਨਾ ਐਮੂਲੇਟ ਐਂਡ ਓਬੇ ਤੁਹਾਡੇ ਕੋਲ ਸਿਨੋਨਿਮ ਤੇ ਆਪੋਜ਼ਿਟ ਵਰਡ ਦੀ ਗੱਲ ਕੀਤੀ ਜਾਵੇ ਤਾਂ ਪ੍ਰੀਡੇਟ ਐਂਡ ਲੈਟ ਦਾ ਜਿਹੜਾ ਆਪੋਜ਼ਿਟ ਵਰਡ ਹੋ ਜਾਏਗਾ ਲੈਟ ਕਰਨਾ ਮਤਲਬ ਕਿਸੇ ਦੇ ਅੱਗੇ ਚੱਲਣਾ ਫੋਲੋ ਦਾ ਮਤਲਬ ਤਾਂ ਪਿੱਛੇ ਚੱਲਣਾ ਹੁੰਦਾ ਪਾਲਣ ਕਰਨਾ ਪਿੱਛੇ ਹੀ ਚੱਲਣਾ ਹਨਾ ਤੇ ਐਮੈਲੇਟ ਤੇ ਓਬੇ ਤੋਂ ਤੁਹਾਡੇ ਸਿਨੋਨਿਮਸ ਨੇ ਆਪੋਜ਼ਿਟ ਵਰਡ ਕਿਹਾ ਜਾਵੇ ਤਾਂ ਪ੍ਰੀਡੇਟ ਮਤਲਬ ਪਹਿਲਾਂ ਹੋਰੋਂ ਕੋਈ ਚੀਜ਼ ਪਹਿਲਾਂ ਕੀਤੀ ਜਾ ਰਹੀ ਹੈ ਉਹਨੂੰ ਸੇਮ ਫੋਲੋ ਤਾਂ ਨਹੀਂ ਕੀਤਾ ਜਾ ਰਿਹਾ ਪਿੱਛੇ ਨਹੀਂ ਹੋ ਰਹੀ ਪਹਿਲਾਂ ਹੋ ਰਹੀ ਹੈ ਲੈਟ ਦਾ ਮਤਲਬ ਵੀ ਤੁਹਾਡਾ ਕਰਨਾ ਹੁੰਦਾ ਕੁਝ ਤਾਂ ਇਹ ਹੋ ਜਾਣਗੇ ਆਪੋਜ਼ਿਟ ਵਰਡਸ ਨੈਕਸਟ ਹੈ ਜੀ ਆਪਣੇ ਕੋਲ ਫਰਸਟ ਦਾ ਮਤਲਬ ਜਿੱਦਾਂ ਤੁਹਾਡੇ ਕੋਲ ਹੁਣ ਫਾਇਰ ਵਰਡ ਤੋਂ ਤੁਸੀਂ ਇਹਨੂੰ ਫੇਅਰਸ ਨੂੰ ਪੜ੍ਹ ਲਓ ਫਾਇਰ ਫਰਸਟ ਮੀਨਿੰਗ ਤੁਸੀਂ ਸੁਣਿਆ ਹੋਣਾ ਤਾਂ ਫਰਸਟ ਦਾ ਤੁਹਾਡੇ ਕੋਲ ਤੁਸੀਂ ਪੜ੍ਹ ਲੈਣਾ ਹੈ ਫਾਇਰ ਕੀ ਹੁੰਦੀ ਹੈ ਗੁੱਸੇ ਦਾ ਕਹਿ ਸਕਦੇ ਹੋ ਤੁਸੀਂ ਇੱਕ ਤਰੀਕੇ ਨਾਲ ਅੱਗ ਕਿਹਦੇ ਵਿੱਚ ਹੁੰਦੀ ਹੈ ਅੱਗ ਦਾ ਮੀਨਿੰਗ ਵਿੱਚ ਤੁਹਾਡੇ ਚਾਰ ਗੁੱਸੇ ਤੋਂ ਲਿਆ ਜਾਂਦਾ ਹੈ ਨਾ ਤਾਂ ਫਾਇਰ ਦਾ ਮਤਲਬ ਤੁਸੀਂ ਕਹਿੰਦੇ ਕ੍ਰੋਧ ਹੋਣਾ ਗੁੱਸੇ ਹੋ ਹੋਣਾ ਸੋ ਅਗਰੈਸਿਵ ਐਂਡ ਫਿਊਰੀਅਸ ਹੈ ਤੁਹਾਡੇ ਸਿਨੋਨਿਮ ਨੇ ਆਪੋਜ਼ਿਟ ਵਰਡ ਦੇਖਿਆ ਜਾਵੇ ਤਾਂ ਜੈਂਟਲ ਐਂਡ ਵੀਕ ਹੈ ਜਿਹੜਾ ਤੁਹਾਡੇ ਕੋਲ ਯੂਜ਼ ਕੀਤਾ ਜਾਏਗਾ ਤੇ ਤੁਸੀਂ ਮੀਕ ਵੀ ਯੂਜ਼ ਕਰ ਸਕਦੇ ਹੋ ਮੀਕ ਦਾ ਮੀਨਿੰਗ ਵੀ ਨਿਮਰ ਹੀ ਹੁੰਦਾ ਹੈ ਮੀਕ ਜੈਂਟਲ ਹੈ ਜਿਹੜੇ ਤੁਹਾਡੇ ਆਪੋਜ਼ਿਟ ਵਰਡ ਆ ਜਾਣਗੇ ਫਾਇਰ ਤੇ ਨੈਕਸਟ ਹੈ ਜੀ ਆਪਣੇ ਕੋਲੇ ਫੈਬਰੀਕੇਟ ਹੁਣ ਫੈਬਰੀਕੇਟ ਵਰਡ ਤੁਹਾਨੂੰ ਮੇਕਅਪ ਦੇ ਵਿੱਚ ਕਰਵਾਇਆ ਗਿਆ ਸੀ ਜਦੋਂ ਮੈਂ ਤੁਹਾਨੂੰ ਫੇਸ ਕਰਵਾਈ ਸੀ ਮੇਕਅਪ ਫਰੇਜ਼ ਕੀਤੀ ਹੈ ਨਾ ਆਪਾਂ ਟੂ ਇਨਵੈਂਟ ਐਂਡ ਟੂ ਫੈਬਰੀਕੇਟ ਤੁਹਾਨੂੰ ਕਰਵਾਇਆ ਸੀ ਫੈਬਰੀਕੇਟ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਬਣਾਉਣਾ ਤੋਂ ਕਨਕੋਟ
ਅਸੈਂਬਲ ਐਂਡ ਕੰਸਟਰਕਟ ਤੁਹਾਡੇ ਕੋਲ ਸਿਨੋਨਿਮ ਨੇ। ਆਪੋਜ਼ਿਟ ਵਰਡ ਦੇਖਿਆ ਜਾਵੇ ਤਾਂ ਕਿਸੇ ਚੀਜ਼ ਨੂੰ ਖਰਾਬ ਕੀਤਾ ਜਾ ਰਿਹਾ ਹੈ, ਰੋਕਿਆ ਜਾ ਰਿਹਾ ਹੈ, ਬੰਦ ਕੀਤਾ ਜਾ ਰਿਹਾ ਹੈ। ਸੋ ਬ੍ਰੇਕ ਐਂਡ ਡਿਸਟਰੋਏ ਤੁਹਾਡੇ ਕਿਹਾ ਜਾਣਗੇ ਆਪੋਜ਼ਿਟ ਵਰਡ ਆ ਜਾਣਗੇ ਜੀ ਆਪਣੇ ਵਰਡ ਫੈਬਰਿਕੇਟ ਦੇ। ਅੱਗੇ ਆਪਣੇ ਕੋਲੇ ਵਰਡ ਐਸਟੀਮ। ਐਸਟੀਮ ਦਾ ਮਤਲਬ ਕੀ ਹੁੰਦਾ ਤੁਹਾਡੇ ਲਈ ਆਦਰ ਪੂਰਵਕ ਕੋਈ ਕੰਮ ਕਰਨਾ, ਬਹੁਤ ਜ਼ਿਆਦਾ ਕਹਿ ਲਓ ਕਿਸੇ ਨੂੰ ਰਿਗਾਰਡ ਕਰਨਾ, ਰਿਸਪੈਕਟ ਦੇਣੀ। ਸਿਨੋਨਿਮਸ ਨੇ ਆਪਣੇ ਰਿਗਾਰਡ, ਰਿਸਪੈਕਟ ਆਪੋਜ਼ਿਟ ਵਰਡ ਦੇਖਿਆ ਜਾਵੇ ਤਾਂ ਡਿਸਰਿਗਾਰਡ ਮਤਲਬ ਕਿਸੇ ਦਾ ਨਿਰਾਦਰ ਕੀਤਾ ਜਾ ਰਿਹਾ ਹੈ। ਕੰਡੈਮਨ ਅਗੇਨ ਆਲੋਚਨਾ ਕੀਤੀ ਜਾ ਰਹੀ ਹੈ, ਆਪੋਜ਼ਿਟ ਕਿਹਾ ਜਾ ਰਿਹਾ ਹੈ। ਕੰਟੈਂਪਟ ਦਾ ਮਤਲਬ ਕੀ ਹੁੰਦਾ ਆਲੋਚਨਾ ਕਰਨੀ, ਆਪੋਜ਼ਿਟ ਕੁਛ ਕਹਿਣਾ। ਸੋ ਐਸਟੀਮ। ਅੱਗੇ ਆਪਣੇ ਕੋਲੇ ਵਰਡ ਸੀ ਇਰੈਡੀਕੇਟ। ਹੁਣ ਇਰੈਡੀਕੇਟ ਵਰਡ ਆ ਜਿਹੜਾ ਤੁਹਾਨੂੰ ਇਰੇਜ਼ ਤੋਂ ਕਰਵਾਇਆ ਹੋਇਆ ਹੈ। ਇਰੈਡੀਕੇਟ ਕਰਨਾ, ਇਰੇਜ਼ ਕਰਨਾ ਮਤਲਬ ਕਿਸੇ ਚੀਜ਼ ਨੂੰ ਘਟਾ ਦੇਣਾ, ਰੋਕ ਦੇਣਾ। ਇਰੈਡੀਕੇਟ ਕਰਨਾ ਤਾਂ ਹੁਣ ਇਰੈਡੀਕੇਟ ਚਾਹੇ ਤਾਂ ਤੁਸੀਂ ਕਰ ਲਓ ਇਹਨੂੰ ਇਰੇਜ਼ ਤੋਂ, ਚਾਹੇ ਤੁਸੀਂ ਕਰ ਲਓ ਕਿਸੇ ਚੀਜ਼ ਨੂੰ ਡਿਕ ਕਰਨਾ, ਡਿਕਲੇਅਰ ਕਰਤਾ ਮਤਲਬ ਪਹਿਲੀ ਡਿਕਲੇਅਰ ਕਰਤਾ, ਹੁਣ ਦੁਬਾਰਾ ਤੋਂ ਬਾਰ-ਬਾਰ ਥੋੜੀ ਕਰੋਗੇ, ਉਹੀ ਚੀਜ਼ ਇੱਕ ਵਾਰ ਕਰਤੀ ਬਾਅਦ 'ਚ ਹੁਣ ਨਹੀਂ ਹੋਊਗੀ। ਜਾਂ ਫਿਰ ਏਡ ਤੋਂ ਵੀ ਤੁਸੀਂ ਇਹ ਜਿਹੜਾ ਇਹਨੂੰ ਕਰ ਸਕਦੇ ਹੋ। ਏਡ ਦਾ ਮਤਲਬ ਹੁੰਦਾ ਖਾ ਲੈਣਾ, ਖਾ ਲੈਣਾ ਮਤਲਬ ਪੂਰੀ ਤਰੀਕੇ ਨਾਲ ਖਤਮ ਕਰ ਦੇਣਾ। ਸੋ ਨਸ਼ਟ ਕਰਨਾ ਜਿਹੜਾ ਇਹਦਾ ਮੀਨਿੰਗ ਹੁੰਦਾ ਹੈ। ਤੇ ਤੁਹਾਡੇ ਕੋਲੇ 3 ਜਿਹੜੇ ਹੈਗੇ ਟ੍ਰਿਕਸ ਤੁਹਾਨੂੰ ਦੱਸਦੀ ਹਾਂ। ਚਾਹੇ ਤਾਂ ਇਰੈਡੀਕੇਟ ਤੋਂ ਤੁਸੀਂ ਇਰੇਜ਼ ਤੋਂ ਯਾਦ ਕਰ ਲਓ, ਚਾਹੇ ਡਿਕਲੇਅਰ ਤੋਂ ਯਾਦ ਕਰ ਲਓ। ਕੋਈ ਚੀਜ਼ ਡਿਕਲੇਅਰ ਕਰਤੀ, ਡਿਕਰੀਜ਼ ਕਰਤੀ ਤਾਂ ਤੁਸੀਂ ਕਰ ਸਕਦੇ ਹੋ। ਏਡ ਮਤਲਬ ਕੋਈ ਚੀਜ਼ ਖਾ ਲਈ ਹੈ, ਅਗੇਨ ਤੁਹਾਡੇ ਕੋਲ ਮੀਨਿੰਗ ਹੋ ਜਾਏਗਾ ਬਟ ਤੁਹਾਨੂੰ ਦਿੱਤੀ ਗਈ ਹੈ। ਸਿਨੋਨਿਮ ਨੇ ਆਪਣੇ ਕੋਲੇ ਅਬੋਲਿਸ਼, ਅਪਰੂਟ, ਰਿਮੂਵ, ਡਿਸਟਰੋਏ ਔਰ ਐਲੀਮੀਨੇਟ। ਆਪੋਜ਼ਿਟ ਵਰਡ ਦੇਖਿਆ ਜਾਵੇ ਤਾਂ ਕੰਜ਼ਰਵ ਐਂਡ ਆਪਣੇ ਕੋਲੇ ਆ ਜਾਏਗਾ ਕੰਜ਼ਰਵ। ਕੰਜ਼ਰਵ ਐਂਡ ਪ੍ਰੀਜ਼ਰਵ ਆ ਤੁਹਾਡੇ ਆਪਣੇ ਆਪੋਜ਼ਿਟ ਵਰਡ ਆ ਜਾਣਗੇ ਵਰਡ ਇਰੈਡੀਕੇਟ ਦੇ। ਨੈਕਸਟ ਹੈ ਜੀ ਆਪਣੇ ਕੋਲੇ ਵਰਡ ਐਂਡੋਰਸ। ਐਂਡੋਰਸ ਦਾ ਮੀਨਿੰਗ ਹੁੰਦਾ ਹੈ ਸਮਰਥਨ ਕਰਨਾ, ਕਿਸੇ ਦੇ ਅਕੋਰਡਿੰਗ ਕਹਿ ਲਓ ਕੰਮ ਕਰਨਾ, ਕਿਸੇ ਨੂੰ ਕੁਛ ਕੰਮ ਕਰਨ ਦੇ ਲਈ ਜਿਹੜਾ ਆਪਾਂ ਕਹਿ ਦਿੰਦੇ ਹਾਂ ਅਸੀਂ ਵੀ ਤੇਰੇ ਨਾਲ ਆ, ਤਾਂ ਉਹੀ ਸੇਮ ਚੀਜ਼ ਸਮਰਥਨ ਕਰਨਾ। ਸਰਟੀਫਾਈ ਐਂਡ ਅਪਰੂਵ ਤੁਹਾਡੇ ਸਿਨੋਨਿਮ ਤੇ। ਆਪੋਜ਼ਿਟ ਵਰਡ ਕਿਹਾ ਜਾਵੇ ਡਿਸਅਪਰੂਵ, ਰਿਨਾਉਂਸ ਹੈ ਤੁਹਾਡੇ ਕੋਲੇ ਆਪੋਜ਼ਿਟ ਵਰਡ ਆ ਜਾਣਗੇ ਡਿਸਅਪਰੂਵ, ਤਾਂ ਕਿਸੇ ਦੇ ਅਕੋਰਡਿੰਗ ਨਹੀਂ ਚੱਲ ਰਹੇ। ਅਸਹਿਮਤੀ ਤੁਸੀਂ ਪ੍ਰਗਟ ਕਰ ਰਹੇ ਹੋ। ਰਿਨਾਉਂਸ ਕਰਨਾ ਦਾ ਮਤਲਬ ਹੁੰਦਾ ਤੁਹਾਡੇ ਕੋਲੇ ਤਿਆਗ ਦੇ ਦੇ ਚੀਜ਼ ਤੋਂ। ਤਾਂ ਇਹ ਸੀ ਤੁਹਾਡੇ ਸਿਨੋਨਿਮ ਐਂਟੀਨਮ। ਇੱਕ ਵਾਰ ਲੈਣੇ ਇਹਨਾਂ ਦੀ ਕੋਈ ਰਿਵੀਜ਼ਨ ਲੈਣਾ, ਆਪਾਂ ਸਪੈਲਿੰਗ ਐਰਰ ਕਰਾਂਗੇ। ਹਾਂਜੀ ਤਾਂ ਲੋ ਛੇਤੀ ਛੇਤੀ। ਫਰਸਟ ਆਪਣੇ ਕੋਲੇ ਫੋਲੋ, ਫੋਲੋ ਦਾ ਮਤਲਬ ਪਾਲਣ ਕਰਨਾ ਹੁੰਦਾ ਹੈ, ਕਿਸੇ ਦੇ ਪਿੱਛੇ ਪਿੱਛੇ ਚੱਲਣਾ। ਇਮੋਲੇਟ ਅਵੇ ਤੁਹਾਡਾ ਸਿਨੋਨਿਮ ਹੈ, ਆਪੋਜ਼ਿਟ ਵਰਡ ਐਪਰੀਡੇਟ ਔਰ ਲੈਡ। ਨੈਕਸਟ ਹੈ ਫਰਸਟ ਆਪਾਂ ਫਾਇਰ ਤੋਂ ਯਾਦ ਕਰਾਂਗੇ, ਕ੍ਰੋਧਿਤ ਗੁੱਸੇ ਕੋ ਤੁਹਾਡਾ ਮੀਨਿੰਗ ਹੈ। ਸਿਨੋਨਿਮਸ ਦੇਖਿਆ ਜਾਵੇ ਤਾਂ ਅਗਰੈਸਿਵ ਐਂਡ ਫਿਊਰੀਅਸ ਆ ਜਾਏਗਾ। ਆਪੋਜ਼ਿਟ ਵਰਡ ਆਪਣੇ ਕੋਲੇ ਜੈਂਟਲ, ਵੀਕ ਔਰ ਵੀਕ ਹੈ ਜਿਹੜੇ ਤੁਸੀਂ ਯੂਜ਼ ਕਰ ਸਕਦੇ ਹੋ। ਨੈਕਸਟ ਆਪਣੇ ਕੋਲੇ ਵਰਡ ਹੈ ਜੀ ਫੈਬਰਿਕੇਟ, ਮੀਨਿੰਗ ਹੁੰਦਾ ਬਣਾਉਣਾ, ਕਿਸੇ ਚੀਜ਼ ਨੂੰ ਤਿਆਰ ਕਰਨਾ। ਸੋ ਕਨਕੋਟ ਐਂਡ ਕੰਕੋਕਟ ਐਂਡ ਅਸੈਂਬਲ ਔਰ ਕੰਸਟਰਕਟ ਤੁਹਾਡੇ ਸਿਨੋਨਿਮ ਆ ਜਾਣਗੇ। ਆਪੋਜ਼ਿਟ ਵਰਡ ਬ੍ਰੇਕ ਐਂਡ ਡਿਸਟਰੋਏ ਹੈ। ਨੈਕਸਟ ਹੈ ਜੀ ਆਪਣੇ ਕੋਲੇ ਐਕਸਟ੍ਰੀਮ, ਮੀਨਿੰਗ ਹੁੰਦਾ ਤੁਹਾਡੇ ਕੋਲੇ ਆਦਰਪੂਰਵਕ ਹੋਣਾ। ਸੋ ਟੀਮ ਤੋਂ ਤੁਸੀਂ ਬਣਾ ਲੈਣਾ ਇਹਨੂੰ। ਅਸਟੀਮ ਤੁਹਾਨੂੰ ਯਾਦ ਕਰਨ ਦਾ ਤਰੀਕਾ ਦੱਸਿਆ ਤੇ ਟੀਮ ਤੋਂ ਬਣਾ ਲਓ। ਟੀਮ ਦੇ ਵਿੱਚ ਰਹੋਗੇ ਤਾਂ ਤੁਸੀਂ ਦੂਸਰਿਆਂ ਦੇ ਨਾਲ ਜਿਹੜਾ ਰਿਸਪੈਕਟਫੁਲੀ ਜਿਹੜਾ ਬਿਹੇਵ ਕਰੋਗੇ। ਅਸਟੀਮ ਤੁਸੀਂ ਟੀਮ ਤੋਂ ਬਣਾ ਲਓ। ਆਦਰ, ਰਿਗਾਰਡ, ਰਿਸਪੈਕਟ ਤੁਹਾਡੇ ਸਿਨੋਨਿਮਸ ਨੇ। ਆਪੋਜ਼ਿਟ ਵਰਡ ਦੇਖਿਆ ਜਾਵੇ ਤਾਂ ਡਿਸਰਿਗਾਰਡ, ਕੰਡੈਮਨੈਂਸ ਐਂਡ ਕੰਟੈਂਪਟ ਆ ਜਾਏਗਾ। ਨੈਕਸਟ ਆਪਣੇ ਕੋਲੇ ਵਰਡ ਹੈ ਇਰੈਡੀਕੇਟ। ਇਰੈਡੀਕੇਟ ਦਾ ਮੀਨਿੰਗ ਹੁੰਦਾ ਇਰੇਜ਼ ਕਰਨਾ, ਡੈਫਟ ਕਰਨਾ। ਅਬੋਲਿਸ਼, ਅਪਰੂਟ, ਰਿਮੂਵ, ਡਿਸਟਰੋਏ, ਇਹ ਤੁਹਾਡੇ ਸਿਨੋਨਿਮਸ ਨੇ। ਆਪੋਜ਼ਿਟ ਵਰਡ ਆਪਣੇ ਕੋਲੇ ਆ ਜਾਏਗਾ ਪ੍ਰੀਜ਼ਰਵ ਔਰ ਕੰਜ਼ਰਵ। ਨੈਕਸਟ ਹੈ ਜੀ ਐਂਡੋਰਸ, ਮਤਲਬ ਹੁੰਦਾ ਸਮਰਥਨ ਕਰਨਾ। ਸਰਟੀਫਾਈ, ਅਪਰੂਵ ਆਪਣੇ ਸਿਨੋਨਿਮਸ ਨੇ। ਆਪੋਜ਼ਿਟ ਵਰਡ ਹੈ ਜੀ ਡਿਸਅਪਰੂਵ ਔਰ ਰਿਨਾਉਂਸ। ਅੱਗੇ ਆਪਣਾ ਜਿਹੜਾ ਕੁਐਸਚਨ ਹੈ ਉਹ ਸਪੈਲਿੰਗ ਐਰਰ। ਸਪੈਲਿੰਗ ਐਰਰਸ ਕਹਿ ਲਓ ਚਾਹੇ ਮਿਸਸਪੈਲਡ ਹੈ ਜਿਹੜਾ ਤੁਸੀਂ ਪੜ੍ਹ ਸਕਦੇ ਹੋ। ਸੋ ਜਿੱਥੇ ਤੁਹਾਡੇ ਕੋਲੇ 4 ਆਪਸ਼ਨਸ ਹੁੰਦੀਆਂ, ਪੁੱਛਿਆ ਜਾ ਸਕਦਾ ਹੈ ਕਿ ਇਨਕਰੈਕਟਲੀ ਸਪੈਲਡ ਵਰਡ ਕਿਹੜਾ ਹੈ, ਜਾਂ ਫਿਰ ਪੁੱਛ ਸਕਦੇ ਆ ਕਿ ਕਰੈਕਟਲੀ ਸਪੈਲਡ ਵਰਡ ਕਿਹੜਾ ਹੈ, ਜਾਂ ਫਿਰ ਉਹ ਸੇਮ ਚੀਜ਼ ਸੈਂਟੈਂਸ ਦਿੱਤਾ ਹੋ ਸਕਦਾ ਹੈ। ਨੋ ਸਪੈਲਿੰਗ ਐਰਰ ਵਾਲਾ ਸੈਂਟੈਂਸ ਪੁੱਛਿਆ ਜਾ ਸਕਦਾ ਹੈ, ਜਾਂ ਸੈਂਟੈਂਸ ਦੇ ਕੇ ਪੁੱਛਿਆ ਜਾ ਸਕਦਾ ਹੈ ਕਿ ਕਿਹੜਾ ਵਰਡ ਤੁਹਾਡੇ ਕੋਲੇ ਸਪੈਲਿੰਗ ਦੇ ਵਿੱਚ ਰੋਂਗ। ਹਾਂਜੀ ਤੇ ਹੁਣ ਆਪਾਂ ਅਗੇਨ ਉਹੀ ਟੌਪਿਕ ਸੇਮ ਡਿਸਕਸ ਕਰਾਂਗੇ। ਤੁਹਾਨੂੰ ਵਰਡ ਦਿੱਤੇ ਜਾਣਗੇ, ਚੈੱਕ ਕਰੋਗੇ ਤੁਸੀਂ ਇਨਕਰੈਕਟਲੀ ਸਪੈਲਡ ਵਰਡ ਹੈ ਜਾਂ ਫਿਰ ਕਰੈਕਟਲੀ ਸਪੈਲਡ ਵਰਡ ਤੁਹਾਡੇ ਤੋਂ ਪੁੱਛਿਆ ਗਿਆ। ਫਰਸਟ ਕੁਐਸਚਨ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਗਿਆ। ਕੁਐਸਚਨ ਕੀ ਹੈ, ਸਿਲੈਕਟ ਦਾ ਇਨਕਰੈਕਟਲੀ ਸਪੈਲਡ ਵਰਡ। ਆਪਸ਼ਨਸ ਨੇ ਆਪਣੇ ਕੋਲੇ ਇੰਪ੍ਰੈਕਟੀਕਲ, ਕੰਡੈਂਸੀ, ਨੈਕਸਟ ਇਜ਼ ਕਨਵੇਲੈਂਸ ਐਂਡ ਦ ਲਾਸਟ ਵਰਡ ਇਜ਼ ਥਾਇਰਡ। ਚੈੱਕ ਕਰੋ ਕਿਹੜਾ ਵਾਲਾ ਵਰਡ ਤੁਹਾਡੇ ਕੋਲੇ ਇਨਕਰੈਕਟਲੀ ਸਪੈਲ ਕੀਤਾ ਹੋਇਆ ਹੈ। ਆਪਾਂ ਇਹਦਾ ਆਂਸਰ ਤੁਹਾਨੂੰ ਦੱਸ ਰਹੇ ਹਾਂ, ਦੇਖੋ ਜੀ। ਹਾਂਜੀ ਤੇ 4 ਆਪਸ਼ਨ ਚੈੱਕ ਹੀ ਕਰਨਾ ਹੈ। ਇਨਕਰੈਕਟਲੀ ਸਪੈਲ ਵਰਡ ਚੈੱਕ ਕਰੋ ਕਿਹੜਾ ਇਨਕਰੈਕਟਲੀ ਸਪੈਲ ਕੀਤਾ ਹੋਇਆ ਹੈ। ਆਂਸਰ ਹੋ ਗਿਆ ਹੋਏਗਾ। ਤਾਂ ਸਭ ਤੋਂ ਪਹਿਲਾਂ ਇਹਨਾਂ ਦੇ ਮੀਨਿੰਗ ਦੇਖ ਲਓ ਜੀ। ਫਸਟ ਆਪਣੇ ਕੋਲੇ ਇੰਪ੍ਰੈਕਟੀਕਲ। ਇੰਪ੍ਰੈਕਟੀਕਲ ਦਾ ਮਤਲਬ ਹੁੰਦਾ ਹੈ ਆਪਾਂ ਕਹਿ ਲਓ ਪ੍ਰੈਕਟੀਕਲੀ ਨਹੀਂ ਹੋ ਰਿਹਾ ਕੋਈ ਚੀਜ਼, ਜਿਹੜੀ ਆਪਾਂ ਕਿਤੇ ਵਿਵਹਾਰਿਕ ਰੂਪ ਦੇ ਵਿੱਚ ਚੱਲ ਰਹੀ ਹੈ ਨਾ, ਸਾਹਮਣੇ ਜੋ ਹੋ ਰਹੀ ਹੈ ਪ੍ਰੈਕਟੀਕਲੀ ਹੋ ਰਹੀ ਹੈ। ਇੰਪ੍ਰੈਕਟੀਕਲ ਦਾ ਮਤਲਬ ਕਹਿ ਸਕਦੇ ਹੋ ਤੁਸੀਂ ਅਵਿਵਹਾਰ, ਅਵਿਵਹਾਰਿਕ ਮਤਲਬ ਰੋਜ਼ਾਨਾ ਦੇ ਤੌਰ ਤੇ ਪ੍ਰੈਕਟੀਕਲੀ ਫਾਰਮ ਦੇ ਵਿੱਚ ਨਹੀਂ ਹੋ ਰਹੀ ਕੋਈ ਚੀਜ਼, ਤਾਂ ਇੰਪ੍ਰੈਕਟੀਕਲ। ਅੱਗੇ ਆਪਣੇ ਕੋਲੇ ਵਰਡ ਹੈ ਕੰਡੈਂਸਿੰਗ। ਕੰਡੈਂਸ ਦਾ ਮਤਲਬ ਹੁੰਦਾ ਤੁਹਾਡੇ ਕੋਲੇ ਕਿਸੇ ਚੀਜ਼ ਨੂੰ ਘਟਾਉਣਾ, ਘੱਟ ਕਰਨਾ, ਕੰਡੈਂਸ ਕਰਨਾ, ਘਟਾਉਣਾ ਤੁਸੀਂ ਕਹਿ ਸਕਦੇ ਹੋ। ਜਾਂ ਇਹਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨਾਲੋਂ ਕੰਡੈਂਸੇਸ਼ਨ, ਤੁਸੀਂ ਵਰਡ ਸੁਣਿਆ ਹੋਣਾ ਹੈ, ਨਿਖੇੜਨਾ ਵੀ ਹੁੰਦਾ ਹੈ, ਨਿਖੇੜਨਾ।
ਘਟਾਉਣਾ ਇਹਦਾ मीनिंग ਹੁੰਦਾ ਹੈ। ਅੱਗੇ ਆਪਣੇ ਕੋਲ ਆ ਜਾਂਦਾ ਕਨਵੇਅਰ ਸੈਂਸ ਦਾ ਮਤਲਬ ਹੁੰਦਾ ਤੁਹਾਡੇ ਕੋਲ ਇਹਦਾ मीनिंग ਹੁੰਦਾ ਹੈਲਥੀ ਤੰਦਰੁਸਤ ਹੋਣਾ। ਅਕੋਰਡਿੰਗ ਹੋਣਾ ਇਹਦਾ ਮਤਲਬ ਇਹ ਵੀ ਹੋ ਸਕਦਾ ਹੈ ਅਕੋਰਡਿੰਗ ਹੋਣਾ ਕਨਵੇਅਰ ਸੈਂਸ। ਅੱਗੇ ਆਪਣੇ ਕੋਲੇ ਥਾਇਰਾਇਡ ਆ ਜਾਂਦਾ। ਥਾਇਰਾਇਡ ਨਾਮ ਦਾ ਇੱਕ ਆਪਣੇ ਕਹਿ ਲਓ ਗਲੇ ਦੇ ਵਿੱਚ ਨਾ ਇੱਕ ਤਿਤਲੀ ਸ਼ੇਪ ਦੀ ਇੱਕ ਗ੍ਰੰਥੀ ਹੁੰਦੀ ਹੈ ਜਿਹੜੀ ਕਿ ਥਾਇਰਾਇਡ ਆਪਣੇ ਕੋਲੇ ਥਾਇਰਾਇਡ ਕਿਹਾ ਜਾਂਦਾ ਉਹਨੂੰ। ਤਾਂ ਥਾਇਰੋਕਸਿਨ ਹਾਰਮੋਨ ਹੈ ਜਿਹੜਾ ਉਹ ਰਿਲੀਜ਼ ਕਰਦੀ ਹੁੰਦੀ ਹੈ ਫਰਦਰ ਆਪਾਂ ਕਹਿ ਸਕਦੇ ਹਾਂ। ਸੋ ਥਾਇਰਾਇਡ ਹੈ ਜਿਹੜਾ ਆਪਣੇ ਕੋਲ ਇੱਕ ਗ੍ਰੰਥੀ ਦਾ ਨਾਮ ਹੈ ਜੋ ਕਿ ਆਪਣੇ ਗਲੇ ਦੇ ਵਿੱਚ ਆਪਾਂ ਨੂੰ ਤਿਤਲੀ ਟਾਈਪ ਦੀ ਜਿਹੜੀ ਦੇਖਣ ਨੂੰ ਮਿਲਦੀ ਹੈ। ਹਾਂਜੀ ਤਾਂ ਥਾਇਰਾਇਡ ਦੇਖੋ ਹੁਣ ਆਪਣੇ ਕੋਲੇ ਇਹਨਾਂ ਦੇ मीनिंग ਤੁਹਾਨੂੰ ਦੱਸ ਦਿੱਤੇ ਗਏ ਆ। ਆਪਾਂ ਪਤਾ ਕਰਨਾ ਹੈ ਇਨਕਰੈक्टली स्पेल्ड वर्ड। तो सब तो पहले इनप्रैक्टिकल स्पेलिंग बिल्कुल सही है, कोई एरर नहीं है। कंडेंसिंग कन्वेयर सेंस थायराइड थायराइड ਦੀ ਸਪੈਲਿੰਗ ਦੇ ਵਿੱਚ ਕੋਈ ਐਰਰ ਨਹੀਂ ਹੈ। ਕਨਵੇयर सेंस ਦੀ ਸਪੈਲਿੰਗ ਦੇ ਵਿੱਚ ਕੋਈ ਐਰਰ ਨਹੀਂ ਹੈ। ਆਨਸਰ ਸੀ ਤੁਹਾਡਾ ਇਹਦਾ ਬੀ ਆਪਸ਼ਨ ਹੈ ਜਿਹੜਾ ਆਨਸਰ ਹੈ। ਹੁਣ ਸਪੈਲਿੰਗ ਦੇਖ ਲਓ ਕੀ ਹੋ ਗਿਆ। ਕੰਡੈਂਸਿੰਗ ਦੇ CONDENSING SING ਹੁੰਦੇ ਆ CING ਨਹੀਂ ਹੁੰਦੇ। ਸੋ ਇਹ ਸੀ ਜਿਹੜਾ ਤੁਸੀਂ ਇੱਥੇ ਮਾਰਕ ਕਰਨਾ ਸੀ। ਬੀ ਆਪਸ਼ਨ ਤੁਹਾਡਾ ਆਨਸਰ ਹੋਏਗਾ। ਨੈਕਸਟ ਹੈ ਜੀ ਆਪਣੇ ਕੋਲੇ ਸੈਕੰਡ ਕੁਐਸਚਨ ਦੈਟ ਇਜ਼ ਸਿਲੈਕਟ ਦਾ ਇਨਕਰੈਕਟਲੀ ਸਪੈਲਡ ਵਰਡ। ਚਾਰ ਆਪਸ਼ਨਸ ਨੇ। ਫਰਸਟ ਇਜ਼ ਡਿਮੋਲਿਸ਼ ਕਰਾਫਟਮੈਨਸ਼ਿਪ ਨੈਕਸਟ ਇਜ਼ ਐਕਸੈਸ ਐਂਡ ਦ ਲਾਸਟ ਇਜ਼ ਕੰਜ਼ਿਊਮੈਂਟ। ਤਾਂ ਚੈੱਕ ਕਰੋ ਕਿਹੜਾ ਆਪਸ਼ਨ ਤੁਹਾਡਾ ਆਨਸਰ ਹੈ ਦੈਨ ਆਪਾਂ ਇਹਦਾ ਆਨਸਰ ਦੱਸਾਂਗੇ ਤੁਹਾਨੂੰ। ਦੇਖੋ ਜੀ ਸਾਰੇ ਆਪਸ਼ਨ ਜਿਹੜੇ ਧਿਆਨ ਨਾਲ ਪੜ੍ਹਨੇ ਆ ਸਪੈਲਿੰਗ ਹੈ ਜਿਹੜੇ ਧਿਆਨ ਨਾਲ ਦੇਖਣੇ ਆ ਇਸ ਤੋਂ ਬਾਅਦ ਜਿਹੜਾ ਆਨਸਰ ਮਾਰਕ ਕਰਨਾ ਹੁੰਦਾ ਹੈ। ਜ਼ਿਆਦਾਤਰ ਕੇਸਿਸ ਦੇ ਵਿੱਚ ਤੁਸੀਂ ਇੱਥੇ ਐਲੀਮੀਨੇਸ਼ਨ ਮੈਥਡ ਲਾ ਸਕਦੇ ਹੋ ਜੇ ਤੁਹਾਨੂੰ ਬਾਕੀ ਜਿਹੜਾ ਕਹਿ ਸਕਦੇ ਹੋ मीनिंग ਜਿਨ੍ਹਾਂ ਦੇ मीनिंग ਪਤਾ ਇਨਕਰੈਕਟਲੀ ਸਪੈਲਡ ਵਰਡ ਹੈ ਜਿਹੜਾ ਤੁਸੀਂ ਈਜ਼ੀਲੀ ਇਹਨਾਂ ਨਾਲ ਫਾਈਂਡ ਆਊਟ ਕਰ ਸਕਦੇ ਹੋ। ਹਾਂਜੀ ਤਾਂ ਦੇਖੋ ਫਰਸਟ ਆਪਣੇ ਕੋਲ ਡਿਮੋਲਿਸ਼ ਵਰਡ ਹੈ। ਡਿਮੋਲਿਸ਼ ਦਾ ਮਤਲਬ ਤੁਹਾਨੂੰ ਦੱਸਿਆ ਹੋਇਆ ਕਿਸੇ ਚੀਜ਼ ਨੂੰ ਤਬਾਹ ਕਰਨਾ ਢਾਉਣਾ ਹਨਾ। ਤਬਾਹ ਕਰਨਾ ਢਾਉਣਾ ਖਤਮ ਕਰਨਾ। ਕਰਾਫਟਸਮੈਨ ਦਾ ਮਤਲਬ ਹੁੰਦਾ ਤੁਹਾਡੇ ਕੋਲ ਕਾਰੀਗਰ। ਕਰਾਫਟਮੈਨਸ਼ਿਪ ਦਾ ਮਤਲਬ ਹੁੰਦਾ ਕਾਰੀਗਰੀ ਕਾਰੀਗਰੀ। ਅੱਗੇ ਆਪਣੇ ਕੋਲ ਆ ਜਾਂਦਾ ਐਕਸੈਸ ਨਹੀਂ ਕਹਿੰਦੇ ਵੀ ਇਸ ਚੀਜ਼ ਨੂੰ ਐਕਸੈਸ ਮਿਲ ਗਈ ਮਤਲਬ ਸਹਿਮਤੀ ਮਿਲ ਜਾਣਾ ਸਹਿਮਤੀ। ਅੱਗੇ ਕੰਸੂਮੇਟ ਇਹਦਾ ਮਤਲਬ ਹੁੰਦਾ ਸਾਡੇ ਕੋਲੇ ਸੰਪੂਰਨ ਹੋਣਾ ਕਿਸੇ ਚੀਜ਼ ਦਾ ਪੂਰਨ ਹੋਣਾ ਪੂਰਨਤਾ ਤੁਸੀਂ ਕਹਿ ਸਕਦੇ ਹੋ ਸੰਪੂਰਨਤਾ ਪੂਰਨਤਾ। ਸੋ ਹੁਣ ਦੇਖੋ ਇਨਕਰੈਕਟਲੀ ਸਪੈਲਡ ਵਰਡ ਪੁੱਛਿਆ ਗਿਆ। ਡਿਮੋਲਿਸ਼ ਬਿਲਕੁਲ ਸਹੀ ਲਿਖਿਆ ਹੋਇਆ। ਕਰਾਫਟਮੈਨਸ਼ਿਪ ਦੇ ਵਿੱਚ ਕੋਈ ਐਰਰ ਨਹੀਂ ਹੈ। ਐਕਸੈਸ ਦੇ ਅਗੇਨ ਸਪੈਲਿੰਗ ਬਿਲਕੁਲ ਸਹੀ ਹੈ। ਡੀ ਆਪਸ਼ਨ ਸੀ ਜਿਹੜਾ ਤੁਹਾਡਾ ਇਸ ਕੁਐਸਚਨ ਦਾ ਆਨਸਰ ਸੀ। ਕੰਜ਼ੂਮੇਟ ਦੇ ਸਪੈਲਿੰਗ ਗਲਤ ਨੇ। ਆਨਸਰ ਹੁੰਦਾ ਤੁਹਾਡੇ ਕੋਲੇ ਸਪੈਲਿੰਗ ਕਿਹਦਾ CONSUMATE ਕੰਜ਼ੂਮੇਟ। ਇਹਦਾ ਮਤਲਬ ਤੁਹਾਨੂੰ ਇੱਕ ਹੋਰ ਵੀ ਕਰਵਾਇਆ ਹੋਇਆ ਕੰਜ਼ੂਮੇਟ ਦਾ मीनिंग ਹੁੰਦਾ ਧਨ ਸੰਪत्ति ਵਾਸਤੇ ਵੀ ਆਪਾਂ ਯੂਜ਼ ਕਰ ਲੈਣੇ ਹੁੰਦੇ ਹਾਂ ਪੂਰਾ ਟੋਟਲ ਕਿਸੇ ਚੀਜ਼ ਦਾ। ਸੋ ਕੰਜ਼ੂਮੇਟ। ਅੱਗੇ ਜੇ ਆਪਣੇ ਕੋਲੇ ਥਰਡ ਕੁਐਸਚਨ ਅਗੇਨ ਤੁਸੀਂ ਇਨਕਰੈਕਟਲੀ ਸਪੈਲਡ ਵਰਡ ਫਾਈਂਡ ਆਊਟ ਕਰਨਾ ਹੈ। ਚਾਰ ਆਪਸ਼ਨਸ ਨੇ ਰਾਈਮ ਸਟੇਸ਼ਨਰੀ ਪ੍ਰੋਨਾਂਸੀਏਸ਼ਨ ਐਂਡ ਪ੍ਰੈਫਰੈਂਸ। ਚੈੱਕ ਕਰੋ ਕਿਹੜਾ ਇਨਕਰੈਕਟਲੀ ਸਪੈਲਡ ਵਰਡ ਹੈ ਦੈਨ ਇਹਦਾ ਆਨਸਰ ਦੱਸਾਂਗੇ। ਦੇਖੋ ਜੀ इनकरेक्टली स्पेल्ड वर्ड फाइंड आउट करोगे। आई होप आंसर आ गया होगा। तो देखो सब तो पहले आप ਇਹਨਾਂ ਦੇ मीनिंग देखते हैं राइम राइम ਦਾ मीनिंग ਤੁਹਾਨੂੰ ਆਪਣੇ ਦੇ ਪਤਾ ਹੀ ਹੁੰਦਾ ਹੈ ਜਿਵੇਂ ਆਪਣੇ ਕੋਲੇ ਪੋਇਮਸ ਵਗੈਰਾ ਚੱਲਦੀਆਂ ਸੌਂਗਸ ਵਗੈਰਾ ਹੁੰਦੇ ਉਹਦੇ ਪਿੱਛੋਂ ਰਾਈਮ ਜੀ ਮਿਲਦੀ ਹੁੰਦੀ ਹੈ ਨਾ ਤੇਰੇ ਵੇ ਐਵੇਂ ਜਿਹੇ ਕੁਝ ਕਰਕੇ। ਸੋ ਇਨਕਰੈਕਟਲੀ ਸਪੈਲਡ ਵਰਡ ਤੁਸੀਂ ਫਾਈਂਡ ਆਊਟ ਕਰਨਾ ਸੀ। ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ मीनिंग ਦੇਖ ਰਹੇ ਹਾਂ। ਰਾਈਮ ਦਾ मीनिंग ਹੁੰਦਾ ਦੁਕਾਨ ਜਾਂ ਕਹਿ ਸਕਦੇ ਹੋ ਤੁਸੀਂ ਪਿੱਛੇ ਜਿਹੜੀਆਂ ਮਿਲਦੀਆਂ ਹੁੰਦੀਆਂ ਨੇ ਇੱਕ ਦੂਜੇ ਦੇ ਨਾਲ ਜੁੜਦੀਆਂ ਹੁੰਦੀਆਂ ਨੇ ਬਾਜ਼ਾਂ ਦੀਆਂ ਨਿਕਲਦੀਆਂ ਹੁੰਦੀਆਂ ਇੱਕੋ ਜਿਹੀਆਂ ਹੁੰਦੀਆਂ। ਸੋ ਰਾਈਮਿੰਗ ਸਕੀਮ ਤੁਸੀਂ ਕੀਤੀ ਹੋਣੀ ਆ ਪੋਇਮਸ ਦੇ ਵਿੱਚ। ਸਟੇਸ਼ਨਰੀ ਦਾ ਮਤਲਬ ਇੱਕ ਤਾਂ ਹੁੰਦਾ ਤੁਹਾਡਾ ਸਥਿਰ ਰਹਿਣਾ ਕਿਤੇ ਚੀਜ਼ ਉੱਤੇ ਸਥਿਰ ਹੋਏ ਸਟੇਸ਼ਨਰੀ ਇਹਦਾ ਮਤਲਬ ਸਥਿਰ ਵੀ ਹੁੰਦਾ। ਇੱਕ ਸਟੇਸ਼ਨਰੀ ਆਪਾਂ ਪੈਨ ਕਾਪੀਜ਼ ਵਾਸਤੇ ਵੀ ਯੂਜ਼ ਕਰ ਲੈਂਦੇ ਹਾਂ ਉਹ ਵੀ ਆਪਣੇ ਕੀ ਹੁੰਦੇ ਆ ਸਟੇਸ਼ਨਰੀ ਦੇ ਵਿੱਚ ਹੀ ਆ ਜਾਂਦੇ ਆ। ਨੈਕਸਟ ਹੈ ਜੀ ਆਪਣੇ ਕੋਲ ਪ੍ਰੋਨਾਂਸੀਏਸ਼ਨ। ਪ੍ਰੋਨਾਂਸੀਏਸ਼ਨ ਤਾਂ ਤੁਸੀਂ ਸਾਰੇ ਜਾਣਦੇ ਹੋ। ਪ੍ਰੋਨਾਂਸੀਏਸ਼ਨ ਦਾ ਮਤਲਬ ਹੁੰਦਾ ਹੈ ਉਚਾਰਨ ਕਿਸੇ ਚੀਜ਼ ਦਾ ਉਚਾਰਨ। ਅੱਗੇ ਜੀ ਆਪਣੇ ਕੋਲ ਪ੍ਰੈਫਰੈਂਸ ਦਾ ਮਤਲਬ ਕੀ ਹੁੰਦਾ ਪਹਿਲ ਦੇਣਾ ਤਰਜੀਹ ਕਹਿ ਸਕਦੇ ਹਾਂ ਆਪਾਂ ਤਰਜੀਹ ਦੇਣਾ ਪਹਿਲ ਦੇਣਾ ਕਿਸੇ ਚੀਜ਼ ਨੂੰ। ਹੁਣ ਆਪਾਂ ਫਾਈਂਡ ਆਊਟ ਕਰਨਾ ਇਨਕਰੈਕਟਲੀ ਸਪੈਲਡ ਵਰਡ। ਰਾਈਮ ਦੀ ਸਪੈਲਿੰਗ ਬਿਲਕੁਲ ਸਹੀ ਹੈ। ਸਟੇਸ਼ਨਰੀ ਅਗੇਨ ਸਹੀ ਲਿਖਿਆ ਹੈ। ਪ੍ਰੋਨਾਂਸੀਏਸ਼ਨ ਦੀ ਸਪੈਲਿੰਗ ਅਗੇਨ ਬਿਲਕੁਲ ਸਹੀ ਹੈ। ਤਾਂ ਆਪਣੇ ਕੋਲੇ ਡੀ ਆਪਸ਼ਨ ਸੀ ਜਿਹੜਾ ਆਨਸਰ ਹੋਏਗਾ। ਪ੍ਰੈਫਰੈਂਸ ਦੀ ਸਪੈਲਿੰਗ ਰੋਂਗ ਹੈ। ਸਪੈਲਿੰਗ ਕੀ ਹੋਣਗੇ PREFERENCE ਹੁੰਦੇ ਆ ANC ਹੈ ਜਿਹੜਾ ਨਹੀਂ ਹੁੰਦਾ ਇਹ ਜਿਹੜੇ ਤੁਸੀਂ ਮਾਰਕ ਕਰੋਗੇ ਇੱਥੇ ANCE ਦਿੱਤਾ ਹੋਇਆ ਜੋ ਕਿ ਰੋਂਗ ਹੈ। ਸੋ ਡੀ ਹੈ ਜਿਹੜਾ ਤੁਹਾਡਾ ਇੱਥੇ ਆਨਸਰ ਹੋਏਗਾ। ਅਗਲਾ ਟੌਪਿਕ ਹੈ ਜੀ ਆਪਣਾ ਫਿਕਸਡ ਪ੍ਰੈਪੋਜੀਸ਼ਨ ਦਾ। वन बाय वन डिस्कस करेंगे अपने फिक्स्ड प्रैपोजिशन। सब तो पहला ਜਿਹੜਾ ਤੁਹਾਨੂੰ ਉਹ ਕੁਐਸਚਨ ਦਿੱਤਾ ਸੀ ਲਾਸਟ ਕਲਾਸ ਦੇ ਵਿੱਚ ਉਹ ਦੇਖਾਂਗੇ। ਦੈਨ ਆਪਣੇ ਜਿਹੜੇ ਅੱਜ ਦੇ ਫਿਕਸਡ ਪ੍ਰੈਪੋजिशन ਦੇ ਟੌਪਿਕ ਦੇ ਹੋਰ ਨੇ ਜਿਹੜੇ ਆਪਾਂ ਫਰੇਜ਼ਸ ਤੇ ਉਹਨਾਂ ਨੂੰ ਡਿਸਕਸ ਕਰਾਂਗੇ। ਦੇਖੋ ਜੀ ਤਾਂ ਇਹ ਸੀ ਜਿਹੜਾ ਕੁਐਸਚਨ ਤੁਹਾਨੂੰ ਲਾਸਟ ਕਲਾਸ 'ਚ ਦਿੱਤਾ ਗਿਆ ਸੀ ਆਪਾਂ ਡਿਸਕਸ ਕੀਤਾ ਸੀ। ਤੁਹਾਨੂੰ 34th ਕਲਾਸ ਦੇ ਵਿੱਚ ਜਿਹੜਾ ਇਹ ਕੁਐਸਚਨ ਦਾ ਕਲਾਸ ਨੰਬਰ 34 ਦੇ ਵਿੱਚ ਜਿਹੜਾ ਆਪਾਂ ਇਹ ਕੁਐਸਚਨ ਦਿੱਤਾ ਸੀ। ਅੱਜ ਜਿਹੜੀ ਸਾਡੀ ਸੈਕੰਡ ਨੰਬਰ ਕਲਾਸ ਹੈ ਜਿਵੇਂ ਤੁਸੀਂ ਸਾਰੇ ਜਾਣਦੇ ਹੋ। ਹੁਣ ਜਿਨ੍ਹਾਂ ਸਟੂਡੈਂਟ ਨੇ 31st ਕਲਾਸ ਅਟੈਂਡ ਕੀਤੀ ਸੀ ਉਹਨਾਂ ਨੇ ਆਨਸਰ ਕੀਤਾ ਵੀ ਆ ਆਪਣੇ ਕੋਲੇ ਜਿਹੜਾ ਹੈਗਾ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਕਿਹਾ ਗਿਆ ਸੀ ਕਿ ਇਹਦਾ ਆਨਸਰ ਤੁਹਾਡਾ ਆ ਜਾਣਾ ਚਾਹੀਦਾ ਹੈ। ਸੋ ਜਿਨ੍ਹਾਂ ਨੇ ਕੀਤਾ ਵੈਲ ਐਂਡ ਗੁੱਡ ਤੁਸੀਂ ਜਿਹੜੀ ਤਿਆਰੀ ਕਰ ਰਹੇ ਹੋ ਉਹ ਸੇਮ ਚੀਜ਼ ਤੁਸੀਂ ਜਿਹੜਾ ਵਧੀਆ ਦਿਖਾ ਵੀ ਰਹੇ ਹੋ। ਇੱਥੇ ਤੁਹਾਡੇ ਕੋਲੇ ਕੀ ਆ ਕੁਐਸਚਨ ਜਿਹੜਾ ਤੁਹਾਨੂੰ ਯੂਜ਼ ਕੀਤਾ ਗਿਆ ਸੀ ਯੂਜ਼ ਕਰਨਾ ਸੀ ਤੁਸੀਂ
ਕਿਸੇ ਇੱਕ ਫਿਕਸ ਪ੍ਰੈਪੋਜੀਸ਼ਨ ਦੇ ਨਾਲ ਹੁੰਦਾ ਮਤਲਬ ਫਿਕਸ ਪ੍ਰੈਪੋਜੀਸ਼ਨ ਦਾ ਤੁਹਾਡੇ ਟੌਪਿਕ ਸੀ 4 ਆਪਸ਼ਨ ਸੀ ਤੁਹਾਡੇ ਕੋਲੇ ਮੇਕਅਪ ਮੇਕਆਊਟ ਮੇਕਓਵਰ ਮੇਕ ਫॉर ਕਿਸੇ ਇੱਕ ਆਪਸ਼ਨ ਨੂੰ ਤੁਸੀਂ ਇੱਥੇ ਪੁੱਟ ਕਰਨਾ ਸੀ she had such a strong accent that it was very difficult to blank but he was a sing ਹੁਣ ਇਹਨਾਂ ਦੇ ਮੀਨਿੰਗ ਤੁਸੀਂ ਦੇਖ ਲੈਣੇ ਆ ਮੇਕਅਪ ਦਾ ਮੀਨਿੰਗ ਹੈ ਤੁਹਾਡੇ ਕੋਲੇ ਫੈਬਰੀਕੇਟ ਕਰਨਾ ਇਨਵੈਂਟ ਕਰਨਾ ਹੁਣ ਡਿਫਿਕਲਟ ਦੀ ਗੱਲ ਕੀਤੀ ਜਾ ਰਹੀ ਹੈ ਮਤਲਬ ਕਿਸੇ ਚੀਜ਼ ਹੁਣ ਕਿਸੇ ਚੀਜ਼ ਦੇ ਐਕਸੈਂਟ ਦੀ ਐਕਸੈਂਟ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਉਚਾਰਨ ਦਾ ਤਰੀਕਾ ਪੰਜਾਬੀ ਇੰਗਲਿਸ਼ ਦਾ ਹਰ ਇੱਕ ਦਾ ਐਕਸੈਂਟ ਹੁੰਦਾ ਹੈ ਵੀ ਇਹ ਐਵੇਂ ਉਚਾਰਿਆ ਜਾਏਗਾ ਇੰਗਲਿਸ਼ ਤੁਹਾਡੇ ਕੋਲੇ ਇੱਕ ਐਕਸੈਂਟ ਦੇ ਵਿੱਚ ਚੱਲਦੀ ਹੈ ਸੋ ਉਹੀ ਸੇਮ ਚੀਜ਼ ਤਾਂ ਉਹਦਾ ਐਕਸੈਂਟ ਇੰਨਾ ਜ਼ਿਆਦਾ ਸਟਰੋਂਗ ਹੈ ਕਿ ਉਹਦੇ ਦੁਆਰਾ ਕਿਸੇ ਦੁਆਰਾ ਕਹਿ ਦੋ ਇਟ ਵਾਸ ਵੈਰੀ ਡਿਫਿਕਲਟ ਟੂ ਬਲੈਂਕ ਬਟ ਹੀ ਵਾਸ ਸੇਇੰਗ ਤਾਂ ਉਹਨੂੰ ਕਿਸੇ ਦੁਆਰਾ ਜਿਹੜਾ ਉਹ ਸਮਝਣਾ ਬਹੁਤ ਜ਼ਿਆਦਾ ਔਖਾ ਹੋ ਗਿਆ ਕਿ ਉਹ ਕੀ ਬੋਲ ਰਹੇ ਸੋ ਇੱਥੇ ਅੰਡਰਸਟੈਂਡਿੰਗ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਅੰਡਰਸਟੈਂਡਿੰਗ ਵਾਸਤੇ ਤੁਹਾਡੇ ਕੋਲ ਇੱਕ ਫਰੇਜ਼ ਮੈਂ ਤੁਹਾਨੂੰ ਕਰਾਈ ਸੀ ਮੇਕ ਆਊਟ ਇਹਦਾ ਆਨਸਰ ਕੀ ਹੋਣਾ ਸੀ ਤੁਹਾਡੇ ਕੋਲੇ ਮੇਕ ਆਊਟ ਸੀ ਜਿਹੜਾ ਤੁਹਾਡਾ ਆਨਸਰ ਸੀ ਇਹਦਾ ਮਤਲਬ ਹੁੰਦਾ ਟੂ ਅੰਡਰਸਟੈਂਡ ਤੇ ਮੇਕਓਵਰ ਦਾ ਤੁਹਾਨੂੰ ਕਿਹਾ ਹੋਇਆ ਰੈਨੋਵੇਟ ਕਰਵਾਉਣਾ ਹਨਾ ਕਿਸੇ ਚੀਜ਼ ਦੇ ਵਿੱਚ ਸੁਧਾਰ ਕਰਨੀ ਮੇਕ ਫॉर ਦਾ ਮਤਲਬ ਤੁਹਾਡੇ ਕੋਲ ਹੁੰਦਾ ਕਿਸੇ ਦੇ ਲਈ ਕੋਈ ਨਾ ਕੋਈ ਚੀਜ਼ ਤਿਆਰ ਕਰਨੀ ਅੱਗੇ ਜੀ ਤੁਹਾਡੇ ਕੋਲੇ ਕੀਪ ਅਪ ਅੱਜ ਦਾ ਜਿਹੜਾ ਫਰੇਜ਼ ਆਪਣੇ ਕੋਲੇ ਫਰਸਟ ਹੈ ਕੀਪ ਅਪ ਆਪਾਂ ਇਹ ਕੀਪ ਇਟ ਅਪ ਮਤਲਬ ਹੁੰਦਾ ਮੇਨਟੇਨ ਕਰਨਾ ਕਿਸੇ ਨੂੰ ਆਪਾਂ ਕਹਿ ਰਹੇ ਨੇ ਇਨਕਰੇਜ ਕਰਦੇ ਹਾਂ ਹੌਸਲਾ ਅਫਜ਼ਾਈ ਕਰਨੀ ਕਿਸੇ ਨੂੰ ਮੇਨਟੇਨ ਕਰਨ ਦੇ ਲਈ ਤੁਸੀਂ ਕਹਿ ਸਕਦੇ ਹੋ ਟੂ ਮੇਨਟੇਨ ਇਹ ਚੀਜ਼ ਮਤਲਬ ਜਾਰੀ ਰੱਖੋ ਜਾਂ ਫਿਰ ਟੂ ਐਨਕਰੇਜ ਕਿਸੇ ਦਾ ਹੌਸਲਾ ਅਫਜ਼ਾਈ ਕਰਨ ਦੇ ਲਈ ਵੀ ਕੀਪ ਅਪ ਦਾ ਯੂਜ਼ ਕੀਤਾ ਜਾ ਸਕਦਾ ਹੈ ਸੋ ਐਗਜ਼ਾਮਪਲ ਹੈ ਆਪਣੇ ਕੋਲੇ ਹੀ ਕੈਪਟ ਅਪ ਦਾ ਗੁੱਡ ਵਰਕ ਥਰੂ ਆਊਟ ਦਾ ਪ੍ਰੋਜੈਕਟ ਕਹਿੰਦੇ ਉਹਨੇ ਜਿਹੜਾ ਹੈਗਾ ਆਪਣਾ ਮੇਨਟੇਨ ਰੱਖਿਆ ਕੀ ਚੀਜ਼ ਗੁੱਡ ਵਰਕ ਕਰਨਾ ਥਰੂ ਆਊਟ ਦਾ ਪ੍ਰੋਜੈਕਟ ਜਦੋਂ ਤੱਕ ਜਿਹੜਾ ਉਹਦਾ ਪ੍ਰੋਜੈਕਟ ਚੱਲਿਆ ਸੋ ਪੂਰੇ ਦਾ ਪੂਰਾ ਪ੍ਰੋਜੈਕਟ ਹੈ ਜਿਹੜਾ ਉਹਨੇ ਗੁੱਡ ਵਰਕ ਹੈ ਜਿਹੜਾ ਉਹਦੇ ਵਿੱਚ ਕੀਤਾ ਹੈਗਾ ਸੋ ਮੇਨਟੇਨ ਰੱਖਿਆ ਹੈਗਾ ਕੀਪ ਅਪ ਅੱਗੇ ਅਸੀਂ ਆਪਣੇ ਕੋਲੇ ਕੀਪ ਔਨ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਕੰਟੀਨਿਊ ਰੱਖਣਾ ਕਿਸੇ ਚੀਜ਼ ਨੂੰ ਜਾਰੀ ਰੱਖਣਾ ਐਗਜ਼ਾਮਪਲ ਤੁਹਾਨੂੰ ਦਿੱਤੀ ਗਈ ਹੈ ਦਾ ਰੇਨ ਕੈਪਟ ਔਨ ਆਲ ਨਾਈਟ ਦਾ ਮਤਲਬ ਜਿਵੇਂ ਵਰਖਾ ਦੀ ਗੱਲ ਕੀਤੀ ਜਾ ਰਹੀ ਹੈ ਬਾਰਿਸ਼ ਦੀ ਗੱਲ ਕੀਤੀ ਜਾ ਰਹੀ ਹੈ ਮੀਂਹ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਕੀ ਹੈ ਪੂਰੇ ਦੀ ਪੂਰੀ ਰਾਤ ਹੈ ਜਿਹੜਾ ਉਹ ਚੱਲਦਾ ਰਿਹਾ ਕੰਟੀਨਿਊ ਰਿਹਾ ਸੋ ਕੀਪ ਔਨ The rain kept on all night. Next ਆਪਣੇ ਕੋਲ ਫਰੇਜ਼ ਆ ਜੀ keep from ਕੀਪ ਫਰਮ ਆਪਾਂ ਕਹਿੰਦੇ ਹੁੰਦੇ ਇਸ ਤੋਂ ਦੂਰ ਰਹੋ ਇਹ ਕੀਪ ਡਿਸਟੈਂਸ ਫਰਮ ਸਮਥਿੰਗ ਤਾਂ ਉਹੀ ਸੇਮ ਚੀਜ਼ ਕੀਪ ਫਰਮ ਦਾ ਮਤਲਬ ਹੁੰਦਾ ਅਵੋਇਡ ਕਰਨਾ ਕਿਸੇ ਚੀਜ਼ ਨੂੰ ਕਹ ਲਓ ਇਗਨੋਰ ਕਰਨਾ ਦੂਰ ਹਟਣਾ ਸੋ ਐਗਜ਼ਾਮਪਲ ਤੁਹਾਨੂੰ ਦਿਖ ਰਹੀ ਹੈ she found it hard to keep from laughing ਕਹਿੰਦੇ ਇਹ ਚੀਜ਼ ਹੈ ਜਿਹੜੀ ਉਹਦੇ ਵਾਸਤੇ ਔਖੀ ਹੋ ਗਈ ਕਿ ਉਹ ਜਿਹੜਾ ਹੈਗਾ ਹੱਸਣਾ ਜਿਹੜਾ ਹੈ ਉਹਦਾ ਸੇਮ ਚੀਜ਼ ਕਹਿੰਦਾ ਕੋਈ ਮਜ਼ਾਕ ਵਗੈਰਾ ਹੋਇਆ ਕੋਈ ਜੋਕ ਚੱਲਿਆ ਹਾਸੀ ਤਾਂ ਨਿਕਲਣੀ ਹੈ ਤੇ ਉਹਦੇ ਵਾਸਤੇ ਜਿਹੜਾ ਔਖਾ ਹੋ ਗਿਆ ਕਿ ਉਹ ਕੀ ਕਰੇ ਹਾਸੀ ਤੋਂ ਦੂਰ ਹੋ ਸਕੇ ਜਾਂ ਮਤਲਬ ਰੋਕ ਸਕੇ ਆਪਣੀ ਹਾਸੀ ਕੰਟਰੋਲ ਕਰ ਸਕੇ ਹੱਸਣਾ ਕੰਟਰੋਲ ਕਰ ਸਕੇ ਸੋ ਸ਼ੀ ਫਾਊਂਡ ਇਟ ਹਾਰਡ ਟੂ ਕੀਪ ਫਰੋਮ ਲਾਫਿੰਗ ਅੱਗੇ ਅਸੀਂ ਆਪਣੇ ਕੋਲੇ ਫਰੇਜ਼ ਲੈਂਦੇ ਹਾਂ ਕੀਪ ਬੈਕ ਦਾ ਮਤਲਬ ਹੁੰਦਾ ਤੁਹਾਡੇ ਕਹਿ ਨਹੀਂ ਹੁੰਦੇ ਸੀ ਆਪਾਂ ਵੀ ਇਹਨੂੰ ਪਿੱਛੇ ਲੁਕੋ ਲਿਆ ਹਨਾ ਪਿੱਛੇ ਰੱਖ ਲਿਆ ਪਿੱਛੇ ਰੱਖਣਾ ਮਤਲਬ ਕਿਸੇ ਨੂੰ ਲੁਕੋ ਲੈਣਾ ਕੰਸੀਲ ਕਰ ਲੈਣਾ ਕੰਸੀਲ ਦਾ ਮਤਲਬ ਹੁੰਦਾ ਲੁਕਾਉਣਾ ਛੁਪਾ ਲੈਣਾ ਐਗਜ਼ਾਮਪਲ ਹੈ ਤੁਹਾਡੇ ਕੋਲੇ ਹੀ ਕੈਪਟ ਬੈਕ ਅ ਬਾਰ ਆਫ ਚਾਕਲੇਟ ਫॉर ਹਿਮਸੈਲਫ ਤਾਂ ਉਹਨੇ ਕੀ ਕੀਤਾ ਕੈਪਟ ਬੈਕ ਮਤਲਬ ਕੰਸੀਲ ਕਰ ਲਿਆ ਲੁਕੋ ਲਿਆ ਕੀ ਚੀਜ਼ ਬਾਰ ਆਫ ਚਾਕਲੇਟ ਲਾਈਕ ਕਹਿ ਲਓ ਟੁਕੜਾ ਫॉर ਹਿਮਸੈਲਫ ਆਪਣੇ ਆਪ ਦੇ ਲਈ ਜਿਹੜਾ ਇੱਕ ਚਾਕਲੇਟ ਦਾ ਟੁਕੜਾ ਜਿਹੜਾ ਉਹਨੇ ਛੁਪਾ ਲਿਆ ਲੁਕੋ ਲਿਆ ਕੰਸੀਲ ਕਰ ਲਿਆ ਅੱਗੇ ਜੀ ਲਾਸਟ ਫਰੇਜ਼ ਦੈਟ ਇਜ਼ ਕੀਪ ਆਫ ਦਾ ਮੀਨਿੰਗ ਆਫ ਦਾ ਮੀਨਿੰਗ ਤੁਹਾਨੂੰ ਕਾਫੀ ਵਾਰ ਕਰਵਾਈ ਹੋਇਆ ਆਫ ਦਾ ਮੀਨਿੰਗ ਇੱਕ ਤਾਂ ਬੰਦ ਕਰਨਾ ਹੁੰਦਾ ਇੱਕ ਇਹਦਾ ਮੀਨਿੰਗ ਤੁਹਾਡੇ ਕੋਲੇ ਇੱਥੇ ਹੋਵੇ ਜਿਵੇਂ ਕੀਪ ਨਾਲ ਆ ਗਿਆ ਤਾਂ ਇਹਦਾ ਮੀਨਿੰਗ ਹੋਏਗਾ ਤੁਹਾਡੇ ਕੋਲੇ ਟੂ ਮੇਨਟੇਨ ਰਿਮੇਨ ਡਿਸਟੈਂਸ ਜਾਂ ਮੇਨਟੇਨ ਡਿਸਟੈਂਸ ਤੁਸੀਂ ਕਹਿ ਸਕਦੇ ਹੋ ਕਿਸੇ ਚੀਜ਼ ਤੋਂ ਡਿਸਟੈਂਸ ਦੇ ਉੱਤੇ ਰਹਿਣਾ ਜਿਵੇਂ ਐਗਜ਼ਾਮਪਲ ਦਿੱਤੀ ਹੋਈ ਹੈ ਪਲੀਜ਼ ਕੀਪ ਦਾ ਡੌਗ ਆਫ ਦਾ ਸੋਫਾ ਡੌਗ ਦੀ ਗੱਲ ਕੀਤੀ ਜਾ ਰਹੀ ਹੈ ਕਿ ਡੌਗ ਕਿੱਥੇ ਰੱਖਿਆ ਜਾਵੇ ਸੋਫੇ ਤੋਂ ਦੂਰ ਰੱਖਿਆ ਜਾਵੇ ਸੋ ਟੂ ਰਿਮੇਨ ਡਿਸਟੈਂਟ ਮੀਨਿੰਗ ਆ ਜਾਏਗਾ ਤੁਹਾਡੇ ਕੋਲੇ ਕੀਪ ਆਫ ਦਾ ਇਹ ਸੀ ਤੁਹਾਡੀਆਂ ਫਰੇਜ਼ਾਂ ਜੋ ਆਪਾਂ ਡਿਸਕਸ ਕੀਤੀਆਂ ਇੱਕ ਵਾਰ ਤੁਹਾਨੂੰ ਜਿਹੜਾ ਇਹਨਾਂ ਨੂੰ ਨੋਟ ਕਰਵਾ ਦਈਏ ਦੈਨ ਜਿਹੜਾ ਆਪਾਂ ਅੱਜ ਦਾ ਕੁਐਸਚਨ ਤੁਹਾਨੂੰ ਦਿਖਾਵਾਂਗੇ ਜੋ ਤੁਹਾਡੇ ਲਈ ਆਪਾਂ ਲੈ ਕੇ ਆਏ ਆ ਦੇਖੋ ਜੀ ਤਾਂ ਕੀਪ ਨਾਲ ਰਿਲੇਟਡ ਜਿੰਨੇ ਵੀ ਵਰਡਸ ਆਪਾਂ ਡਿਸਕਸ ਕੀਤੇ ਸਭ ਤੋਂ ਪਹਿਲਾਂ ਆਪਾਂ ਕੀਪ ਦੇਖਿਆ ਹੁਣ ਕੀਪ ਨਾਲ ਕਿਹੜੇ ਵਰਡਸ ਤੁਹਾਡੇ ਕੋਲੇ ਫਿਕਸ ਪ੍ਰੈਪੋਜੀਸ਼ਨ ਦੀ ਫਾਰਮ ਦੇ ਵਿੱਚ ਯੂਜ਼ ਕੀਤੇ ਜਾਂਦੇ ਦੋਨਾਂ ਦਾ ਮੀਨਿੰਗ ਦੱਸਦੇ ਆ ਸਭ ਤੋਂ ਪਹਿਲਾਂ ਸੀ ਕੀਪ ਅਪ ਆਪਾਂ ਕਹਿੰਦੇ ਕੀਪ ਇਟ ਅਪ ਮਤਲਬ ਇਨਕਰੇਜ ਕਰਨ ਵਾਸਤੇ ਮੇਨਟੇਨ ਕਰਨ ਵਾਸਤੇ ਤੁਸੀਂ ਯੂਜ਼ ਕਰੋਗੇ ਨੈਕਸਟ ਆਪਣੇ ਕੋਲੇ ਕੀਪ ਔਨ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਜਾਰੀ ਰੱਖਣਾ ਕੈਪਟ ਔਨ ਟ੍ਰਾਈਂਗ ਨਾ ਡੂਇੰਗ ਸਮਥਿੰਗ ਕੋਈ ਸੇਮ ਚੀਜ਼ ਹੈ ਜਿਹੜੀ ਤੁਸੀਂ ਕਿਸੇ ਚੀਜ਼ ਨੂੰ ਜਾਰੀ ਰੱਖ ਰਹੇ ਹੋ ਅੱਗੇ ਆਪਣੇ ਕੋਲੇ ਕੀਪ ਫਰੋਮ ਸੀ ਕੀਪ ਫਰੋਮ ਦਾ ਮਤਲਬ ਹੁੰਦਾ ਕਿਸੇ ਚੀਜ਼ ਤੋਂ ਡਿਸਟੈਂਸ ਦੇ ਉੱਤੇ ਰਹਿਣਾ ਦੂਰ ਰਹਿਣਾ ਅਵੋਇਡ ਕਰਨਾ ਅੱਗੇ ਆਪਾਂ ਡਿਸਕਸ ਕੀਤਾ ਸੀਗਾ ਕੀਪ ਬੈਕ ਤੁਹਾਨੂੰ ਜਿਵੇਂ ਮੈਂ ਦੱਸਿਆ ਹੀ ਸੀਗਾ ਬੈਕ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਆਪਣੇ ਪਿੱਛੇ ਲੁਕੋ ਲੈਣਾ ਕੀਪ ਬੈਕ ਟੂ ਕੰਸੀਲ ਸਮਥਿੰਗ ਤੇ ਇੱਕ ਆਪਣੇ ਕੋਲ ਹੈਗਾ ਸੀ ਜੀ ਕੀਪ ਆਫ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ ਆਪਾਂ ਡਿਸਕਸ ਕੀਤਾ ਟੂ ਰਿਮੇਨ ਡਿਸਟੈਂਸਡ ਮਤਲਬ ਉਹ ਵੀ ਸੋਚ ਕਿਸੇ ਚੀਜ਼ ਤੋਂ ਦੂਰ ਰਹਿਣਾ ਤਾਂ ਇਹ ਸੀ ਜੀ ਆਪਣੀਆਂ ਅੱਜ ਦੀ ਕਲਾਸ ਦੀਆਂ ਫਰੇਜ਼ਲ ਜੋ ਆਪਾਂ ਡਿਸਕਸ ਕੀਤੀਆਂ ਫਿਕਸ ਪ੍ਰੈਪੋਜੀਸ਼ਨਸ ਆਪਾਂ ਡਿਸਕਸ ਕੀਤੀਆਂ ਧਿਆਨ ਚ ਰੱਖਿਓ ਕੀਪ ਅਪ ਕੀਪ ਔਨ ਕੀਪ ਫਰੋਮ ਕੀਪ ਬੈਕ ਕੀਪ ਆਫ ਦਾ ਮੀਨਿੰਗ ਅੱਜ ਦਾ ਕੁਐਸਚਨ ਹੈ ਜੀ ਤੁਹਾਡੇ ਲਈ ਕੁਐਸਚਨ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਗਿਆ he kept blank trying to annoy me and in the end I hit him options ਹੈ ਤੁਹਾਡੇ ਕੋਲੇ back B option ਹੈ ਆਪਣੀ at C option ਹੈ ਜੀ ਆਪਣੇ ਕੋਲੇ on and D option is with ਤੁਹਾਡੇ ਕੋਲੇ ਚਾਰ ਆਪਸ਼ਨਸ ਨੇ A B C D
ए ऑप्शन है बैक, बी इज एट, सी इज ऑन एंड डी इज विद। क्वेश्चन है ही kept a blank trying to annoy me and in the end I hit him। ਤਾਂ ਇਹ क्वेश्चन ਜੀ ਤੁਸੀਂ ਇਹ ਜਿਹੜਾ ਹੋਮਵਰਕ ਦੇ ਵਿੱਚ ਲਿੰਕ ਕਰ ਲੈਣਾ ਹੈ। ਆਪਣਾ ਜਿਹੜਾ ਇਹਦਾ ਆਨਸਰ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਹੈ ਜਿਹੜਾ ਉਹ ਪੋਸਟ ਕਰੋਗੇ। ਅਗਲੀ ਕਲਾਸ ਦੇ ਵਿੱਚ ਆ ਜਿਹੜਾ ਤੁਹਾਨੂੰ ਇਹਦਾ ਆਨਸਰ ਦੱਸ ਦਿੱਤਾ ਜਾਏਗਾ। ਆਈ ਹੋਪ ਕਲਾਸ ਆ ਜਿਹੜੀ ਵਧੀਆ ਲੱਗੀ ਹੋਏਗੀ। ਸੋ ਇੱਥੇ ਹੈ ਜਿਹੜੀ ਆਪਾਂ ਅੱਜ ਦੀ ਕਲਾਸ ਕਰਾਂਗੇ ਓਵਰ। ਜੇ ਕਲਾਸ ਵਧੀਆ ਲੱਗੀ ਹੈ, ਕਨਸੈਪਟ ਸਮਝ ਆਏ ਹੈ, ਵਰਡਸ ਵਧੀਆ ਲੱਗੇ ਜਾਂ ਮਟੀਰੀਅਲ ਵਧੀਆ ਲੱਗ ਰਿਹਾ ਤਾਂ ਤੁਸੀਂ ਕਲਾਸ ਨੂੰ ਲਾਈਕ ਜ਼ਰੂਰ ਕਰਨਾ ਹੈ, ਸ਼ੇਅਰ ਜ਼ਰੂਰ ਕਰਨਾ ਹੈ। ਜੋ ਵੀ ਚੈਨਲ ਦੇ ਉੱਤੇ ਨਿਊ ਸਟੂਡੈਂਟਸ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਬੈਲ ਆਈਕਨ ਪ੍ਰੈਸ ਕਰ ਲੈਣਾ ਤਾਂ ਜੋ ਨਵੀਆਂ ਕਲਾਸਿਸ ਦੀ ਅਪਡੇਟ ਹੈ ਜਿਹੜੀ ਤੁਹਾਨੂੰ ਟਾਈਮ ਤੇ ਮਿਲਦੀ ਰਹੇ। ਟੈਲੀਗ੍ਰਾਮ ਗਰੁੱਪ ਵੀ ਤੁਸੀਂ ਜਿਹੜਾ ਜੁਆਇਨ ਕਰ ਲੈਣਾ ਤਾਂ ਜੋ ਤੁਹਾਨੂੰ ਜਿਹੜਾ ਉਹ ਤੋਂ ਵੀ ਬੈਨੀਫਿਟ ਮਿਲ ਸਕੇ। ਹਾਂਜੀ, ਤਾਂ ਹੁਣ ਆਪਾਂ ਨਵੀਂ ਕਲਾਸ ਦੇ ਵਿੱਚ ਮਿਲਾਂਗੇ, ਨਵੇਂ-ਨਵੇਂ ਵਰਡਸ ਨੂੰ ਅਗੇਨ ਸਿੱਖਾਂਗੇ, ਵਨ ਵਰਡ ਸਬਸਟੀਟਿਊਸ਼ਨ, ਈਡੀਅਮ ਫਰੇਜ਼ਸ, ਸਪੈਲਿੰਗ ਐਰਰ, ਆਪਣੇ ਫਿਕਸਡ ਪ੍ਰੈਪੋਜੀਸ਼ਨ, ਸਿਨੋਨਿਮ ਐਂਟੋਨਿਮ ਆਪਾਂ ਜਿਹੜਾ ਹੈਗਾ ਡਿਸਕਸ ਕਰਾਂਗੇ। ਅੱਗੇ ਲਈ ਆਪਾਂ ਕਰਦੇ ਹਾਂ ਆਪਣੀ ਕਲਾਸ ਨੂੰ ਓਵਰ। ਥੈਂਕ ਯੂ।